ਭਗਤੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਅਤੇ ਪ੍ਰਭਨੀਤ ਸਿੰਘ ਜੀ, ਮੋਹਾਲੀ ਤੋਂ ਸਰਦੀਸ਼ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਗੱਲਬਾਤ ਸ਼ੁਰੂ ਕਰਾਂਗੇ ਦਿੱਲੀ ਦੀ ਰਾਜਨੀਤੀ ਤੋਂ। ਦਿੱਲੀ ਦੀ ਰਾਜਨੀਤੀ ਤੋਂ ਕੁਝ ਪੱਖ ਦੀਆਂ ਖਬਰਾਂ ਆ ਰਹੀਆਂ ਨੇ। ਪਹਿਲਾਂ ਉਹ ਡਿਸਕਸ ਕਰਾਂਗੇ ਤੇ ਡਿਬੇਟ ਨੰਬਰ 2 ਚ ਗੋਆ ਅਤੇ ਮਨੀਪੁਰ ਦੀ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਜੋ 5 ਸਟੇਟਾਂ ਦੀ ਇਲੈਕਸ਼ਨ ਹੋਈ ਸੀ, ਉਸ ਤੋਂ ਬਾਅਦ ਕਿਹੜੇ ਸਟੇਟ ਵਿੱਚ ਕਿਹੜੀ ਪਾਰਟੀ ਗਵਰਨਮੈਂਟ ਬਣਾ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਜੇ ਦਿੱਲੀ ਦੀ ਗੱਲ ਕਰੀਏ ਤੇ ਦਿੱਲੀ ਵਿੱਚ ਜਿਹਦੀ ਅਸੀਂ ਕੱਲ ਗੱਲਬਾਤ ਕਰ ਰਹੇ ਸੀ ਕਿ ਐਮਸੀਡੀ ਦੀ ਇਲੈਕਸ਼ਨ ਕਾਫੀ ਜ਼ਿਆਦਾ ਇੰਪੋਰਟੈਂਟ ਆਮ ਆਦਮੀ ਪਾਰਟੀ ਵਾਸਤੇ। ਕੱਲ ਦਿੱਲੀ ਇਲੈਕਸ਼ਨ ਕਮਿਸ਼ਨ ਨੇ ਐਮਸੀਡੀ ਦੀ ਇਲੈਕਸ਼ਨ ਦੇ ਡੇਟਸ ਅਤੇ ਡੇਟਸ ਦੇ ਨਾਲ ਹੀ ਰਿਜ਼ਲਟ ਡੇਟ ਵੀ ਡਿਕਲੇਅਰ ਕਰਤੇ ਨੇ। 22 ਅਪ੍ਰੈਲ ਨੂੰ ਦਿੱਲੀ ਐਮਸੀਡੀ ਦੀ ਇਲੈਕਸ਼ਨ ਹੋਊਗੀ ਅਤੇ 25 ਅਪ੍ਰੈਲ ਨੂੰ ਦਿੱਲੀ ਐਮਸੀਡੀ ਦੀ ਇਲੈਕਸ਼ਨ ਦਾ ਰਿਜ਼ਲਟ ਆਊਗਾ। ਜਿੱਦਾਂ ਕਿ ਅਸੀਂ ਕੱਲ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਕਿ ਆਮ ਆਦਮੀ ਪਾਰਟੀ ਵਾਸਤੇ ਕਿਤੇ ਨਾ ਕਿਤੇ ਡੂ ਔਰ ਡਾਈ ਦੀ ਸਿਚੁਏਸ਼ਨ ਆ। ਆਮ ਆਦਮੀ ਪਾਰਟੀ ਜੋ ਕਿ ਪੰਜਾਬ ਤੋਂ ਬਾਅਦ ਰਾਜਸਥਾਨ, ਗੁਜਰਾਤ, ਹਿਮਾਚਲ ਚ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸੁਪਨੇ ਬਹੁਤ ਵੱਡੇ ਸੀ। ਜਿਸ ਤਰ੍ਹਾਂ ਪਾਰਟੀ ਨੇ ਜਿੰਨੀ ਛੇਤੀ ਇਸ ਪਾਰਟੀ ਨੇ ਇੰਡੀਅਨ ਪੋਲਿਟਿਕਸ, ਭਾਰਤੀ ਰਾਜਨੀਤੀ ਵਿੱਚ ਆਪਣੇ ਆਪ ਨੂੰ ਵਧਾ ਲਿਆ ਸੀ, ਕਿਤੇ ਨਾ ਕਿਤੇ ਲੱਗਦਾ ਸੀ ਕਿ 2019 ਤੱਕ ਇਹ ਪਾਰਟੀ ਨਰਿੰਦਰ ਮੋਦੀ ਸਾਹਿਬ ਜਾਂ ਫਿਰ ਨੈਸ਼ਨਲ ਪਾਰਟੀ ਤੇ ਨੈਸ਼ਨਲ ਲੈਵਲ ਤੇ ਪਹੁੰਚ ਸਕਦੀ ਆ। ਮੋਦੀ ਸਾਹਿਬ ਨੂੰ ਕੇਜਰੀਵਾਲ ਸਾਹਿਬ ਦਾ ਵੱਡਾ ਚੈਲੰਜ ਹੋਊਗਾ। ਜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ 2019 ਵਿੱਚ ਕੇਜਰੀਵਾਲ ਸਾਹਿਬ ਨੂੰ ਪ੍ਰਧਾਨ ਮੰਤਰੀ ਵੇਖਣ ਦੀਆਂ ਗੱਲਾਂ ਕਰਦੇ ਨੇ, ਪਰ ਪੰਜਾਬ ਦੀ ਸ਼ਿਕਸਤ ਤੋਂ ਬਾਅਦ ਕਿਤੇ ਨਾ ਕਿਤੇ ਪਾਰਟੀ ਨੂੰ ਰੀਥਿੰਕਿੰਗ ਕਰਨੀ ਪੈਣੀ ਆ। ਪਰ ਸਮੇਂ ਬਹੁਤ ਘੱਟ ਆ। ਦਿੱਲੀ ਵਿੱਚ ਵੀ ਚੋਣ ਜਾਬਤਾ ਲੱਗ ਚੁੱਕਿਆ ਵਾ। 9 ਅਪ੍ਰੈਲ ਨੂੰ ਰਜੌਰੀ ਗਾਰਡਨ ਦੀ ਇਲੈਕਸ਼ਨ ਹੋਣੀ ਹੈ, ਜੋ ਕਿ ਕਾਫੀ ਚੈਲੰਜਿੰਗ ਇਲੈਕਸ਼ਨ ਹੋਊਗੀ। ਜੇ ਸ਼੍ਰੋਮਣੀ ਅਕਾਲੀ ਦਲ ਉਸ ਇਲੈਕਸ਼ਨ ਵਿੱਚ ਹਿੱਸਾ ਲੈਂਦੀ ਆ, ਜਾਂ ਫਿਰ ਜੇ ਅਸੀਂ ਇਹ ਕਹਿ ਸਕਦੇ ਹਾਂ ਬੀਜੇਪੀ ਰਜੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਕੈਂਡੀਡੇਟ ਖੜਾ ਕਰਨ ਦਾ ਮੌਕਾ ਦਿੰਦੀ ਆ, ਤੇ ਸ਼੍ਰੋਮਣੀ ਅਕਾਲੀ ਦਲ ਦਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਹੋਊਗਾ, ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਉਹ ਸੀਟ ਬਚਾਉਣੀ ਆਪਣੀ ਪਾਰਟੀ ਦੀ ਹੋਂਦ ਵਾਸਤੇ, ਜਾਂ ਫਿਰ ਜੋ ਇੱਕ ਜਾਦੂ ਕਿਹਾ ਜਾਂਦਾ ਕਿ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਜੋ ਇੱਕ ਪਕੜ ਆ ਉਸ ਨੂੰ ਬਰਕਰਾਰ ਰੱਖਣ ਵਾਸਤੇ ਰਜੌਰੀ ਗਾਰਡਨ ਦੀ ਸੀਟ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਜ਼ਰੂਰ ਬਚਾਉਣੀ ਪਊਗੀ। ਉਸ ਤੋਂ ਬਾਅਦ ਦਿੱਲੀ ਐਮਸੀਡੀ, ਦਿੱਲੀ ਵਿੱਚ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਕੰਮ ਕਰਨ ਦੇ, ਤੇ ਦਿੱਲੀ ਦੇ ਲੋਕਾਂ ਵਾਸਤੇ ਇਵਨ ਦਿੱਲੀ ਨੂੰ ਲੰਡਨ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਟੈਸਟ ਹੈ ਐਮਸੀਡੀ ਦੇ ਨਾਲ। ਆਮ ਤੌਰ ਤੇ ਹੀ ਦਿੱਲੀ ਗਵਰਨਮੈਂਟ ਦੀ ਸਾਨੂੰ ਕਈ ਇਸ਼ੂਜ਼ ਤੇ ਦੋਵੇਂ ਐਮਸੀਡੀ ਅਤੇ ਦਿੱਲੀ ਗਵਰਨਮੈਂਟ ਕਈ ਇਸ਼ੂਜ਼ ਤੇ ਮਤਭੇਦ ਵੇਖਣ ਨੂੰ ਮਿਲ ਜਾਂਦੇ ਆ। ਜੇ ਆਮ ਆਦਮੀ ਪਾਰਟੀ ਐਮਸੀਡੀ ਇਲੈਕਸ਼ਨ ਜਿੱਤਣ ਵਿੱਚ ਕਾਮਯਾਬ ਹੁੰਦੀ ਆ, 3 ਮਿਊਨਿਸਪਲ ਕਾਰਪੋਰੇਸ਼ਨ ਨਿਊ ਦਿੱਲੀ ਚ, ਨਾਰਥ, ਸਾਊਥ ਅਤੇ ਈਸਟ, ਜੇ ਤਿੰਨਾਂ ਚ ਆਪਣੀ ਸਰਕਾਰ ਬਣਾਉਣ ਚ ਕਾਮਯਾਬ ਹੁੰਦੀ ਆ, ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਬੂਸਟ ਮਿਲੂਗਾ। ਪਰ ਜੇ ਆਮ ਆਦਮੀ ਪਾਰਟੀ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲਦੀ ਤੇ ਸਵਾਲ ਉੱਠਣੇ ਫਿਰ ਤੋਂ ਸ਼ੁਰੂ ਹੋ ਜਾਣਗੇ। ਸਰਦੀਸ਼ ਜੀ, ਤੁਹਾਡੇ ਤੋਂ ਸ਼ੁਰੂ ਕਰਦਾ ਵਾਂ। 22 ਅਪ੍ਰੈਲ ਨੂੰ ਵੋਟਾਂ ਪੈਣੀਆਂ, 25 ਅਪ੍ਰੈਲ ਨੂੰ ਰਿਜ਼ਲਟ ਆਉਣੇ ਨੇ। ਚੋਣ ਜਾਬਤਾ ਲੱਗ ਚੁੱਕਿਆ ਵਾ। ਤੁਹਾਨੂੰ ਹੁਣ ਤੋਂ ਦੇਖ ਕੇ ਜੇ ਹੁਣ ਤੋਂ ਅੱਜ ਤੋਂ ਨਿਗਾਹ ਮਾਰੋ ਐਮਸੀਡੀ ਇਲੈਕਸ਼ਨ ਤੇ, ਇੱਕ ਪਾਸੇ ਮੋਦੀ ਸਾਹਿਬ ਨੇ ਕਾਫੀ ਵਧੀਆ ਵੇਵ, ਯੂਪੀ ਜਿੱਤਣ ਤੋਂ ਬਾਅਦ ਬੀਜੇਪੀ ਦੇ ਵਰਕਰਸ ਦੇ ਹੌਸਲੇ ਕਾਫੀ ਬੁਲੰਦ ਨੇ। ਮੋਦੀ ਵੇਵ ਦੀ ਫਿਰ ਤੋਂ ਗੱਲ ਕੀਤੀ ਜਾ ਰਹੀ ਆ। ਤੁਹਾਡਾ ਕੀ ਖਿਆਲ ਆ ਕਿ ਮੋਦੀ ਵੇਵ ਐਮਸੀਡੀ ਵਿੱਚ ਹਾਵੀ ਰਹੂਗੀ, ਜਾਂ ਫਿਰ ਕੇਜਰੀਵਾਲ ਸਾਹਿਬ ਜਾਂ ਫਿਰ ਸ਼ੀਲਾ ਦੀਕਸ਼ਿਤ ਦਾ ਜਾਦੂ ਵੀ ਐਮਸੀਡੀ ਇਲੈਕਸ਼ਨ ਤੇ ਚੱਲ ਸਕਦਾ ਹੈ? ਹਰਪ੍ਰੀਤ ਜੀ, ਜੇ ਅਸੀਂ ਦਿੱਲੀ ਦੀ ਗੱਲ ਕਰੀਏ ਤੇ ਸਾਨੂੰ ਇਹ ਵੀ ਕਹਿਣ ਦੀ ਜ਼ਰੂਰਤ ਨਹੀਂ ਕਿ ਮੋਦੀ ਵੇਵ ਕੋਈ ਸਪੈਸ਼ਲ ਰੋਲ ਪਲੇ ਕਰੇਗੀ, ਕਿਉਂਕਿ ਆਲਰੇਡੀ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ ਕਾਫੀ ਮਜ਼ਬੂਤ ਸਥਿਤੀ ਰੱਖਦੀ ਆ, ਔਰ ਐਮਸੀਡੀ ਦੇ ਵਿੱਚ ਤਾਂ ਹਮੇਸ਼ਾ ਤੋਂ ਉਹਦਾ ਦਬਦਬਾ ਬਣਿਆ ਆ ਰਿਹਾ ਬਹੁਤ ਲੰਮੇ ਸਮੇਂ ਤੋਂ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਜਿਹੜੀ ਗੱਲ ਆਮ ਆਦਮੀ ਪਾਰਟੀ ਦੇ ਖਿਲਾਫ ਜਾਂਦੀ ਆ ਉਹ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਤਿੱਖੀ ਸਰਗਰਮੀ, ਗੋਆ ਦੇ ਵਿੱਚ ਦਖਲ ਅੰਦਾਜ਼ੀ ਦੀ ਭਾਵਨਾ ਦੇ ਤਹਿਤ ਜਿਵੇਂ ਆਮ ਆਦਮੀ ਪਾਰਟੀ ਦੇ ਸਾਰੇ ਨੇਤਾ, ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਪ੍ਰਮੁੱਖ ਨੇਤਾ ਸਾਰੇ ਦੇ ਸਾਰੇ ਦਿੱਲੀ ਤੋਂ ਬਾਹਰ ਰਹੇ, ਉਹਨਾਂ ਹਾਲਾਤ ਦੇ ਵਿੱਚ ਦਿੱਲੀ ਦੇ ਬਹੁਤ ਸਾਰੇ ਕੰਮ ਲਾਜ਼ਮੀ ਤੌਰ ਤੇ ਰੁਕੇ ਹੋਣਗੇ।
ਔਰ ਇਹਦੇ ਨਾਲ ਹੀ ਜਦੋਂ ਪੰਜਾਬ ਦੀ ਚੋਣ ਮੁਕੰਮਲ ਹੋਈ 5 ਸੂਬਿਆਂ ਦੇ ਵਿੱਚ ਸਰਕਾਰਾਂ ਬਣਾਉਣ ਦਾ ਸਿਲਸਿਲਾ ਸ਼ੁਰੂ ਹੋਇਆ, ਉਸੇ ਵੇਲੇ ਅਨਾਉਂਸਮੈਂਟ ਹੋਗੀ ਦਿੱਲੀ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੀ। ਤੇ ਲਾਜ਼ਮੀ ਤੌਰ ਤੇ ਇਹ ਵੀ ਇੱਕ ਗੱਲ ਸਪਸ਼ਟ ਹੈ ਕਿ ਇਹਦੇ ਨਾਲ ਹੀ ਸਰਕਾਰ ਦੇ ਕੰਮਕਾਜ ਉੱਤੇ ਚੋਣ ਕਮਿਸ਼ਨ ਦਾ ਜ਼ਾਬਤਾ ਲਾਗੂ ਹੋ ਗਿਆ। ਇਹਨਾਂ ਹਾਲਾਤ ਦੇ ਵਿੱਚ ਦਿੱਲੀ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਕੋਲੇ ਫੌਰੀ ਤੌਰ ਤੇ ਉਹਨੇ ਕੀ ਕੀਤਾ ਲੋਕਾਂ ਲਈ ਇਹ ਕਹਿਣ ਲਈ ਕੁਝ ਵੀ ਨਹੀਂ ਬਚੇਗਾ। ਜਿਹੜਾ ਉਹਨਾਂ ਨੂੰ ਨਿਰਉਤਸ਼ਾਹਤ ਹੋਣਾ ਪਿਆ ਪੰਜਾਬ ਦੀਆਂ ਖਾਸ ਕਰਕੇ ਚੋਣਾਂ ਦੇ ਵਿੱਚ, ਉਹ ਸਵਾਲ ਉਹਨਾਂ ਦੇ ਉੱਤੇ ਉੱਠੇ ਰਹਿਣਗੇ। ਔਰ ਦੂਸਰੀ ਗੱਲ ਜਿਹੜੀ ਹੁਣ ਜ਼ਾਬਤਾ ਲੱਗਣ ਕਰਕੇ ਔਰ ਲੰਮਾ ਸਮਾਂ ਲੋਕਾਂ ਨਾਲੋਂ ਨਿਕੜੇ ਹੋਣ ਕਰਕੇ ਆਮ ਆਦਮੀ ਪਾਰਟੀ ਨੂੰ ਕਾਫੀ ਸਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਔਰ ਮੋਦੀ ਵੇਵ ਕਿੰਨੀ ਚੱਲੀ ਕਿੰਨੀ ਨਹੀਂ ਚੱਲੀ, ਇਹਦਾ ਬਹੁਤਾ ਸਬੰਧ ਅਸੀਂ ਇਸ ਗੱਲ ਤੋਂ ਲਗਾ ਸਕਾਂਗੇ ਕਿ ਉਹਦੇ 'ਚ ਕਾਂਗਰਸ ਪਾਰਟੀ ਕਿੰਨੀ ਆਪਣੀ ਸ਼ਮੂਲੀਅਤ ਕਰ ਪਾਉਂਦੀ ਹੈਗੀ ਇਸ ਪੂਰੀ ਦੀ ਪੂਰੀ ਸਥਾਨਕ ਚੋਣ ਦੇ ਵਿੱਚ। ਜੇ ਕਾਂਗਰਸ ਪਾਰਟੀ ਜ਼ਿਮਨੀ ਚੋਣਾਂ ਜਿਵੇਂ ਹੋਈਆਂ ਸਨ, ਉਹਨਾਂ ਹਾਲਾਤ ਦੇ ਵਿੱਚ ਬਣੀਆਂ ਸਿਚੁਏਸ਼ਨਾਂ ਨੂੰ ਕੰਟੀਨਿਊ ਕਰ ਜਾਂਦੀ ਹੈ ਜਾਂ ਉਸ ਤੋਂ ਬਹੁਤ ਹੇਠਾਂ ਵੀ ਰਹਿ ਜਾਂਦੀ ਹੈਗੀ, ਤਾਂ ਵੀ ਅਸੀਂ ਇਹ ਮੰਨ ਕੇ ਚੱਲਾਂਗੇ ਕਿ ਦਿੱਲੀ ਦੇ ਵਿੱਚ ਮੋਦੀ ਤਬ ਦਾ ਜਾਦੂ ਨਹੀਂ ਚੱਲਿਆ। ਪਰ ਜੇ ਅਸਲ ਟੱਕਰ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੀ ਹੁੰਦੀ ਹੈ ਤਾਂ ਸਾਨੂੰ ਇਹ ਕਹਿਣਾ ਪਵੇਗਾ ਕਿ ਉਹ ਰਵਾਇਤੀ ਟੱਕਰ ਆ, ਉਹ ਵੀ ਕੋਈ ਸਿੱਧੇ ਤੌਰ ਤੇ ਮੋਦੀ ਵੇਵ ਨਹੀਂ ਹੈ। ਇਹ ਗੱਲ ਬਹੁਤ ਸਾਰੀ ਤੈਅ ਹੋਏਗੀ ਕਾਂਗਰਸ ਦੀ ਵਾਪਸੀ ਕਿੰਨੀ ਹੁੰਦੀ ਹੈ ਔਰ ਇਹਦੇ ਵਿੱਚ ਆਮ ਆਦਮੀ ਪਾਰਟੀ ਜਿੰਨੀਆਂ ਵੋਟਾਂ ਲੈ ਕੇ ਗਈ ਹੈਗੀ MLA ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਉਹਦੇ ਮੁਕਾਬਲੇ MCD ਦੇ ਵਿੱਚ ਕੀ ਪੋਜੀਸ਼ਨ ਦਿਖਾਉਂਦੀ ਹੈ। ਇਹ ਕਾਫੀ ਸਾਰੀਆਂ ਗੱਲਾਂ ਅਸੀਂ 25 ਤਰੀਕ ਨੂੰ ਸਹੀ ਅਰਥਾਂ ਦੇ ਵਿੱਚ ਵੇਖ ਸਕਾਂਗੇ ਜਦੋਂ ਚੋਣਾਂ ਦੇ ਰਿਜ਼ਲਟ ਆ ਜਾਣਗੇ। ਕਾਲਰ ਜੁੜ ਚੁੱਕੇ ਮੇਰੇ ਨਾਲ ਜੀ, ਸਤਿ ਸ਼੍ਰੀ ਅਕਾਲ ਜੀ। ਲਾਸਟ 4 ਨੰਬਰ ਨੇ 8272। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਗੁੱਡ ਸਰ, ਤੁਸੀਂ ਦੱਸੋ, ਆਪਣਾ ਨਾਮ ਜ਼ਰੂਰ ਦੱਸਿਓ ਸਰ। ਮੈਂ ਰਾਜਾ ਭੁਪਿੰਦਰ ਬਾਠਾ ਜੀ, ਮਿਸ਼ੀਗਨ ਤੋਂ ਬੋਲਦਾ। ਮੈਂ ਭਾਜੀ ਇੱਕ ਗੱਲ ਕਰਨੀ ਚਾਹੁੰਦਾ ਸੀ, ਜਿਹੜਾ ਮਤਲਬ ਜਿੱਦਾਂ ਮਤਲਬ ਇਕਨੋਮੀ ਦੀ ਗੱਲ ਕਰਨੀ ਚਾਹੁੰਦਾ ਸੀ ਪੰਜਾਬ ਦੀ। ਜੇਕਰ ਮਨਪ੍ਰੀਤ ਬਾਦਲ ਬੜੇ ਸੁਲਝੇ ਹੋਏ ਤੇ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੂੰ ਬਹੁਤ ਨੌਲੇਜ ਹੈ ਇਸ ਬਾਰੇ, ਉਹ ਪੜ੍ਹੇ ਵੀ ਹੋਏ ਨੇ, ਉਹਨਾਂ ਨੇ ਮਤਲਬ ਇਸ ਵਿੱਚ ਇਕਨੋਮੀ 'ਚ ਚੰਗੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ। ਤੇ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਇੱਕ ਮੈਂਬਰ ਮਤਲਬ ਤੁਸੀਂ ਉਹਨਾਂ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਜਾਵੇ, ਇੱਕ ਮੈਂਬਰ ਆਪ ਪਾਰਟੀ 'ਚ ਤੇ ਇੱਕ ਅਕਾਲੀ ਦਲ 'ਚ ਲਿਆ ਜਾਵੇ ਤੇ ਉਹਨਾਂ ਦੀ ਮਤਲਬ ਰਾਏ ਜਾਣੀ ਜਾਵੇ ਵੀ ਪੰਜਾਬ ਦੀ ਇਕੋਨਮੀ ਮਤਲਬ ਕਿਸ ਤਰ੍ਹਾਂ ਵਾ ਤੇ ਉਹਨੂੰ ਕੀ ਮਤਲਬ ਜਿਹੜਾ ਇਨਫਰਾਸਟਰਕਚਰ ਆ ਕਿਸ ਤਰ੍ਹਾਂ ਬਣਾਉਣਾ ਤੇ ਉਹਨੂੰ ਕਿੱਦਾਂ ਠੀਕ ਕਰਨਾ, ਮਤਲਬ ਤਿੰਨਾਂ ਦੀ ਮਤਲਬ ਜਿਹੜੇ ਆਪਸੀ ਰੰਜਿਸ਼ ਭੁੱਲ ਕੇ ਤਿੰਨੇ ਕਰ ਸਕਣ। ਮੈਂ ਤਾਂ ਇਹੀ ਮਤਲਬ ਬੇਨਤੀ ਕਰਨੀ ਚਾਹੁੰਦਾ ਸੀਗਾ ਤੇ ਉਹ ਬਸ ਇੰਨਾ ਹੀ ਬਹੁਤ ਹੈ ਜੀ। ਥੈਂਕ ਯੂ ਸਰ, ਥੈਂਕ ਯੂ ਫॉर योर ਕਾਲ। ਕਿਉਂਕਿ ਅਜੇ ਫਾਈਨੈਂਸ ਮਿਨਿਸਟਰ ਡਿਸਾਈਡ ਨਹੀਂ ਹੋਏ ਤੇ ਆਈ ਥਿੰਕ ਵੀ ਸ਼ੁਡ ਵੇਟ ਕਿ ਜਦੋਂ ਪੰਜਾਬ ਦੀ ਮਿਨਿਸਟਰੀ ਡਿਸਟ੍ਰੀਬਿਊਟ ਕਰ ਦਿੱਤੀ ਜਾਵੇ ਤੇ ਸਾਨੂੰ ਪਤਾ ਲੱਗ ਜਾਏ। ਈਵਨ ਦੋ ਕਿ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ, ਮਨਪ੍ਰੀਤ ਬਾਦਲ ਦਾ ਨਾਂ ਕਾਫੀ ਆ ਰਿਹਾ, ਬਟ ਸਟਿਲ ਇਸ ਚੀਜ਼ ਤੇ ਡਿਸਕਸ ਕਰਨ ਤੋਂ ਪਹਿਲਾਂ ਆਈ ਥਿੰਕ ਵੀ ਸ਼ੁਡ ਵੇਟ ਕਿ ਕਿਹਦੇ ਹੱਥ ਮਿਨਿਸਟਰੀ ਲੱਗਦੀ ਆ ਐਂਡ ਕਾਂਗਰਸ ਗਵਰਨਮੈਂਟ ਦਾ ਰਵੱਈਆ ਕੀ ਹੁੰਦਾ ਵਾ। ਤੁਹਾਡੀ ਗੱਲ ਨਾਲ ਮੈਂ ਟੋਟਲੀ ਸਹਿਮਤ ਆ, ਬਟ ਐਨੀਵੇ ਲੈਟਸ ਗੋ ਬੈਕ ਟੂ ਆਵਰ ਡਿਬੇਟ। ਜੇ ਵਾਪਸ ਬੀਜੇਪੀ ਦੀ ਗੱਲ ਕਰੀਏ ਤੇ ਬੀਜੇਪੀ ਕਿਹੜੀ ਹਾਲਤ 'ਚ ਇਹ ਇਲੈਕਸ਼ਨ ਜਿੱਤਣਾ ਚਾਹੂਗੀ, ਖਾਸ ਕਰਕੇ ਮੋਦੀ ਵੇਵ ਨੂੰ ਕੰਟੀਨਿਊ ਰੱਖਣ ਵਾਸਤੇ। ਜਦੋਂ 2014 ਦੀਆਂ ਨਰਿੰਦਰ ਮੋਦੀ ਸਾਹਿਬ ਨੇ ਇਲੈਕਸ਼ਨ ਜਿੱਤੀਆਂ ਸੀ, ਉਸ ਤੋਂ ਬਾਅਦ 3 ਜਾਂ 4 ਸੂਬਿਆਂ ਵਿੱਚ ਇਲੈਕਸ਼ਨ ਹੋਈ ਸੀ ਤੇ ਉਸ ਮੋਦੀ ਵੇਵ ਨੂੰ ਕੰਟੀਨਿਊ ਰੱਖਣ ਦੀ ਇੱਕ ਜੋ ਸਟ੍ਰੈਟਜੀ ਸੀ ਬੀਜੇਪੀ ਦੇ, ਕਾਫੀ ਕੰਮ ਵਿੱਚ ਆਈ ਸੀ। ਦਿੱਲੀ MCD ਈਵਨ ਦੋ ਕਿ ਸਿਰਫ ਮੁਨਸਿਪਲ ਕਾਰਪੋਰੇਸ਼ਨ ਦੀ ਇਲੈਕਸ਼ਨਸ ਨੇ, ਪਰ ਕਿਤੇ ਨਾ ਕਿਤੇ ਕਾਫੀ ਇੰਪੋਰਟੈਂਟ ਨੇ ਫਰੋਮ ਦਿੱਲੀ ਅਤੇ ਮੁੰਬਈ। ਇਹ ਦੋ ਮੁਨਸਿਪਲ ਕਾਰਪੋਰੇਸ਼ਨ ਜੋ ਕਾਫੀ ਇੰਪੋਰਟੈਂਟ ਨੇ। ਦਿੱਲੀ ਜੋ ਕਿ ਰਾਜਨੀਤੀ ਦਾ ਦਿਲ ਮੰਨਿਆ ਜਾਂਦਾ ਵਾ ਤੇ ਮੁਨਸਿਪਲ ਕਾਰਪੋਰੇਸ਼ਨ ਉਸ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਹੋ ਜਾਂਦੇ ਨੇ। ਬੀਜੇਪੀ ਵਾਸਤੇ ਮੋਦੀ ਵਿਊ ਕੰਟੀਨਿਊ ਰੱਖਣਾ ਕਾਫੀ ਜ਼ਿਆਦਾ ਇੰਪੋਰਟੈਂਟ ਹੋਊਗਾ। ਗੁਜਰਾਤ ਇਲੈਕਸ਼ਨ ਜੋ ਕਿ ਇਸ ਸਾਲ ਦੇ ਐਂਡ ਵਿੱਚ ਹੋਣੀ ਆ, ਕਿਤੇ ਨਾ ਕਿਤੇ ਬੀਜੇਪੀ ਚਾਹੂਗੀ ਮੋਦੀ ਵੇਵ ਨੂੰ ਅਸੀਂ ਗੁਜਰਾਤ ਤੱਕ ਕੰਟੀਨਿਊ ਕਰੀਏ। ਪ੍ਰਭਮੀਤ ਸਿੰਘ ਜੀ, ਡੂ ਔਰ ਡਾਈ ਇਲੈਕਸ਼ਨ ਇੱਕ ਪਾਸੇ ਕੇਜਰੀਵਾਲ ਸਾਹਿਬ ਦੀ ਆ, ਦੂਜੇ ਪਾਸੇ ਬੀਜੇਪੀ ਵਾਸਤੇ ਕਿਤੇ ਨਾ ਕਿਤੇ ਮੋਦੀ ਵੇਵ ਕੰਟੀਨਿਊ ਕਰਨ ਵਾਸਤੇ ਬੜਾ ਹੀ ਸੁਨਹਿਰਾ ਮੌਕਾ ਵਾ। ਤੀਜੇ ਪਾਸੇ ਕਾਂਗਰਸ, ਜਿਹਨੂੰ ਕਿ ਅਸੀਂ ਕਹੀਏ ਕਿ ਪੰਜਾਬ ਤੋਂ ਇਲਾਵਾ ਉਦਾਂ ਤੇ ਜੇ ਟੈਕਨੀਕਲੀ ਦੇਖੀਏ ਤੇ 2-3 ਸੂਬਿਆਂ 'ਚ ਕਾਂਗਰਸ ਨੂੰ ਕਾਮਯਾਬੀ ਮਿਲੀ ਆ, ਪਰ ਅਨਫੋਰਚੂਨੇਟਲੀ ਕਾਂਗਰਸ ਇੱਕ ਸੂਬੇ 'ਚ ਸਰਕਾਰ ਬਣਾ ਰਹੀ ਆ।
ਕਾਂਗਰਸ ਨੂੰ ਕਿਤੇ ਨਾ ਕਿਤੇ ਰਿਵਾਈਵ ਕਰਨ ਦਾ ਦਿੱਲੀ ਵਿੱਚ ਜੋ ਮੌਕਾ ਮਿਲਦਾ ਤੇ ਕਾਂਗਰਸ ਦੇ ਵਰਕਰ ਦੇ ਹੌਸਲੇ ਕਾਫੀ ਬੁਲੰਦ ਹੋਣਗੇ। ਤੁਹਾਡੇ ਵਿਚਾਰ ਜਾਨਣਾ ਚਾਹੁੰਦਾ ਹਾਂ ਜੀ। ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਆਪਾਂ ਦਿੱਲੀ ਐਮਸੀਡੀ ਇਲੈਕਸ਼ਨਸ ਦੀ ਗੱਲ ਕਰ ਰਹੇ ਹਾਂ, ਦਿੱਲੀ ਐਮਸੀਡੀ ਇਲੈਕਸ਼ਨ ਦੇ ਵਿੱਚ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਵਾਸਤੇ ਡੂ ਔਰ ਡਾਈ ਦੀ ਸਿਚੁਏਸ਼ਨ ਨਹੀਂ ਹੈ, ਸਿਰਫ ਡਾਈ ਦੀ ਹੀ ਸਿਚੁਏਸ਼ਨ ਹੈ। ਮੈਂ ਜਿੰਨੀ ਮੇਰੀ ਸਮਝ ਕੰਮ ਕਰਦੀ, ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਦੁਬਾਰਾ ਰਿਵਾਈਵ ਸ਼ਾਇਦ ਹੁਣ ਨਹੀਂ ਕਰ ਪਾਏਗੀ ਜਿੰਨਾ ਉਹਨਾਂ ਦਾ ਪ੍ਰੀਵੀਅਸ ਐਕਸਪੀਰੀਅੰਸ ਰਿਹਾ ਹੈਗਾ। ਉਹਦੇ ਚ ਇਸ ਤਰ੍ਹਾਂ ਹੈਗਾ ਕਿ ਆਮ ਆਦਮੀ ਪਾਰਟੀ ਨੇ ਇੱਕ ਤਾਂ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਨਾਨ ਸੀਰੀਅਸ ਪੋਲਿਟਿਕਸ ਕੀਤੀ ਹੈ। ਇਹਨਾਂ ਨੇ ਆਪਣੇ ਪੈਰਾਂ ਤੇ ਇੱਕ ਨਹੀਂ ਕਈ ਕੁਹਾੜੇ ਮਾਰੇ ਨੇ ਆਮ ਆਦਮੀ ਪਾਰਟੀ ਨੇ, ਜਿਹਦਾ ਖਾਮਿਆਜ਼ਾ ਉਹਨਾਂ ਨੂੰ ਆਉਣ ਵਾਲੀ ਐਮਸੀਡੀ ਇਲੈਕਸ਼ਨ ਦੇ ਵਿੱਚ ਵੀ ਭੁਗਤਣਾ ਪਏਗਾ ਔਰ ਰਜੌਰੀ ਗਾਰਡਨ ਦੀ ਬਾਈ ਇਲੈਕਸ਼ਨ ਦੇ ਵਿੱਚ ਵੀ ਭੁਗਤਣਾ ਪਏਗਾ। ਇਹਨਾਂ ਨੇ ਸਿਰਫ ਔਰ ਸਿਰਫ ਇੱਕ ਬਲੇਮਡ ਪੋਲਿਟਿਕਸ ਕੀਤੀ, ਦੂਸਰੇ ਤੇ ਬਲੇਮ ਲਗਾਉਂਦੇ ਰਹੇ। ਹੁਣ ਜਦੋਂ ਸੀਏਜੀ ਦੀ ਰਿਪੋਰਟ ਇਹਨਾਂ ਦੇ ਆਪਣੇ ਅਗੇਂਸਟ ਆਈ ਹੈ ਤਾਂ ਉਹ ਬਿਲਕੁਲ ਚੁੱਪ ਕਰਕੇ ਬੈਠੇ ਹੋਏ ਨੇ। ਦੂਸਰੀ ਚੀਜ਼ ਆ ਗਈ ਬੀਜੇਪੀ ਔਰ ਕਾਂਗਰਸ ਦੀ। ਬੀਜੇਪੀ ਜਿਹੜੀ ਹੈ, ਬੀਜੇਪੀ ਨੂੰ ਮੋਦੀ ਲਹਿਰ ਵਾਸਤੇ ਗੁਜਰਾਤ ਜਾਣ ਦੀ ਲੋੜ ਨਹੀਂ, ਕਿਉਂਕਿ ਗੁਜਰਾਤ ਦੇ ਵਿੱਚੋਂ ਹੀ ਮੋਦੀ ਲਹਿਰ ਜਿਹੜੀ ਉਹ ਸ਼ੁਰੂ ਹੋਈ ਸੀਗੀ। ਤਾਂ ਕਿਤੇ ਨਾ ਕਿਤੇ ਬੀਜੇਪੀ ਦਾ ਜਿੰਨਾ ਮੇਰੀ ਆਬਜ਼ਰਵੇਸ਼ਨ ਹੈਗੀ ਹੈ, ਗੁਜਰਾਤ ਦੇ ਵਿੱਚ ਬੀਜੇਪੀ ਦੀ ਜਿਹੜੀ ਪਕੜ ਉਹ ਪੂਰੀ ਤਰ੍ਹਾਂ ਨਾਲ ਮਜ਼ਬੂਤ ਹਲੇ ਵੀ ਨਜ਼ਰ ਆ ਰਹੀ ਹੈ। ਐਸ ਫਾਰ ਐਸ ਕਾਂਗਰਸ ਪਾਰਟੀ ਇਜ਼ ਕੰਸਰਨ ਇਨ ਦਿੱਲੀ, ਤਾਂ ਦਿੱਲੀ ਦੇ ਵਿੱਚ ਕਾਂਗਰਸ ਵਾਸਤੇ ਕਿਤੇ ਨਾ ਕਿਤੇ ਇੱਕ ਇਹ ਸਿਚੁਏਸ਼ਨ ਜ਼ਰੂਰ ਹੈ ਕਿ ਹੋ ਸਕਦਾ ਕਿ ਦਿੱਲੀ ਐਮਸੀਡੀ ਦੇ ਨਤੀਜੇ ਪੰਜਾਬ ਵਰਗੇ ਆ ਜਾਣ ਤੇ ਕਾਂਗਰਸ ਜਿਹੜੀ ਮੇਨ ਆਪੋਜੀਸ਼ਨ ਬਣ ਜਾਏ ਔਰ ਆਮ ਆਦਮੀ ਪਾਰਟੀ ਉੱਥੇ ਬਿਲਕੁਲ ਹੀ ਖਿਸਕ ਕੇ ਤੀਸਰੇ ਨੰਬਰ ਤੇ ਚਲੇ ਜਾਏ ਜੀ। ਕਾਫੀ ਸਟ੍ਰਿਕਟ ਸ਼ਬਦਾਂ ਦਾ ਇਸਤੇਮਾਲ ਕੀਤਾ, ਬਟ ਅਗੇਨ ਤੁਹਾਡਾ ਆਪਣਾ ਐਕਸਪੀਰੀਅੰਸ ਆ ਤੇ ਮੈਂ ਤੁਹਾਡੇ ਐਕਚੁਅਲੀ ਐਕਸਪੀਰੀਅੰਸ ਜੋ ਤੁਹਾਡੇ ਮੈਂ ਕਮੈਂਟ ਨੇ ਮੈਂ ਉਹ ਤੋਂ ਕੋਈ ਖਾਸ ਮੈਂ ਇਹ ਤੇ ਨਹੀਂ ਕਹੂੰਗਾ ਮੈਂ ਸਹਿਮਤ ਨਹੀਂ ਆ, ਮੈਂ ਕਾਫੀ ਹੱਦ ਤੱਕ ਤੁਹਾਡੇ ਨਾਲ ਸਹਿਮਤ ਆ। ਪਰ ਅਜੀਤ ਜੀ ਦੇ ਤੇ ਸੀਪੀ ਸਿੰਘ ਜੀ ਦੇ ਵਿਚਾਰ ਜ਼ਰੂਰ ਜਾਣਨੇ ਚਾਹਾਂਗੇ। ਨਾਲ ਹੀ ਸਵਰਾਜ ਇੰਡੀਆ ਜੋ ਕਿ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਜੋ ਕਿ ਆਮ ਆਦਮੀ ਪਾਰਟੀ ਤੋਂ ਨਿਕਲੇ ਹੋਏ ਲੀਡਰ ਨੇ, ਉਹਨਾਂ ਦੁਆਰਾ ਬਣਾਈ ਇਹ ਪਾਰਟੀ ਆ, ਲਗਭਗ ਆਈਡੀਓਲੋਜੀ ਜਾਂ ਆਈਡੀਆ ਕਹੀਏ ਤੇ ਸਿਮਿਲਰ ਜਿਹਾ ਆਈਡੀਆ ਜੋ ਜਿਸ ਕਨਸੈਪਟ ਤੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਉਹੀ ਕਨਸੈਪਟ ਤੇ ਸਵਰਾਜ ਇੰਡੀਆ ਕੰਮ ਕਰ ਰਿਹਾ ਵਾ। ਕਿਤੇ ਨਾ ਕਿਤੇ ਸਵਰਾਜ ਇੰਡੀਆ ਜੇ ਇਹ ਸਵਰਾਜ ਪਾਰਟੀ ਜੋ ਵਾ ਜੇ ਥੋੜਾ ਬਹੁਤ ਗੇਨ ਕਰਦੀ ਆ ਜਾਂ ਦਿੱਲੀ ਐਮਸੀਡੀ ਇਲੈਕਸ਼ਨਸ ਕਿਤੇ ਨਾ ਆਪਣੇ ਇਹਨਾਂ ਦੇ ਸਟਰੋਂਗ ਕੈਂਡੀਡੇਟ ਖੜੇ ਕਰਦੀਆਂ ਵੇਵ ਬਣਾਉਣ ਚ ਕਾਮਯਾਬ ਹੋ ਜਾਂਦੇ ਆ ਤੇ ਕਿਹੜੀ ਪਾਰਟੀ ਨੂੰ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਵਾ? ਅਜੀਤ ਜੀ ਤੋਂ ਸ਼ੁਰੂ ਕਰਦੇ ਆ। ਹਰਪ੍ਰੀਤ ਜੀ, ਇਹ ਜਿਹੜੀਆਂ ਐਮਸੀਡੀ ਚੋਣਾਂ ਹੋ ਰਹੀਆਂ ਨੇ ਇਹ ਤਕਰੀਬਨ ਹਰ ਇੱਕ ਪਾਰਟੀ ਦਾ ਕਾਫੀ ਵੱਡਾ ਸਟੇਕ ਹੈ। ਉਹਦੇ ਵਾਸਤੇ ਨਿਰਣਾਇਕ ਮੋੜ ਹਰ ਇੱਕ ਪਾਰਟੀ ਵਾਸਤੇ ਹੀ ਹੈਗਾ। ਜੇ ਆਪਾਂ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰੀਏ, ਇਹਦੇ ਵਾਸਤੇ ਇੱਕ ਤਾਂ ਤੁਸੀਂ ਹੁਣ ਸਵਰਾਜ ਇੰਡੀਆ ਦੀ ਗੱਲ ਕਰਕੇ ਹਟੇ ਹੋ। ਅੱਜ ਤੱਕ ਜਿਸ ਤਰ੍ਹਾਂ ਦੀ ਸੋਚ ਆਮ ਆਦਮੀ ਪਾਰਟੀ ਆਪਣੀ ਪ੍ਰੋਫੈਸ ਕਰਨਾ ਚਾਹੁੰਦੀ ਹੈ ਕਿ ਸਾਡੀ ਇਹ ਸੋਚ ਹੈ ਤਬਦੀਲੀ ਦੀ, ਇਮਾਨਦਾਰੀ ਦੀ, ਕਰਪਸ਼ਨ ਫ੍ਰੀ ਜਿਹੜੀ ਹੈਗੀ ਇੱਕ ਪੋਲੀਟਿਕਿੰਗ ਦਾ, ਉਹਦਾ ਜਿਹੜਾ ਉਹਨਾਂ ਦਾ ਕਨਸੈਪਟ ਹੈ, ਜਿਹੜਾ ਸਵਰਾਜ ਇੰਡੀਆ ਹੈ, ਇਹ ਬਿਲਕੁਲ ਉਹਨਾਂ ਦੇ ਜਿਵੇਂ ਪੰਜਾਬੀ ਚ ਕਹਿੰਦੇ ਆ ਇੱਕ ਉੱਭਰਦੇ ਸ਼ਰੀਕ ਨੇ ਉਸ ਕਨਸੈਪਟ ਦੀ ਪਾਰਟੀ ਦੇ। ਬਾਕੀ ਪਾਰਟੀਆਂ ਨੂੰ ਅਸੀਂ ਰਵਾਇਤੀ ਪਾਰਟੀਆਂ ਕਹਿ ਦਿੰਦੇ ਨੇ, ਜਿਨ੍ਹਾਂ ਦੇ ਉੱਤੇ ਕਿਤੇ ਨਾ ਕਿਤੇ ਹਰ ਕਿਤੇ ਤੇ ਸ਼ੱਕ ਕੀਤੀ ਜਾ ਸਕਦੀ ਹੈ ਵੀ ਇਹ ਪਾਰਟੀਆਂ ਦੇ ਕਾਰਕੁਨ ਕਿਤੇ ਨਾ ਕਿਤੇ ਜਿਹੜੀ ਹੈਗੀ ਮਾਲ ਪ੍ਰੈਕਟਿਸ ਦੇ ਵਿੱਚ ਭ੍ਰਿਸ਼ਟਾਚਾਰ ਕਹਿ ਲਓ ਜਾਂ ਪੋਲੀਟੀਕਲੀ ਭ੍ਰਿਸ਼ਟਾਚਾਰ ਕਹਿ ਲਓ ਜਾਂ ਇਹੋ ਜਿਹੀਆਂ ਘਟਨਾਵਾਂ ਦਾ ਇਹਨਾਂ ਦੇ ਕੋਈ ਨਾ ਕੋਈ ਜਿਹੜਾ ਆਪਾਂ ਇੱਕ ਲੋਕਾਂ ਦੇ ਮਨ ਦੇ ਵਿੱਚ ਹੈਗਾ ਕਿ ਹਾਂ ਕਿਤੇ ਨਾ ਕਿਤੇ ਪਾਰਟੀਆਂ ਜਿਹੜੀਆਂ ਹੈਗੀਆਂ ਗਲਤ ਤਰੀਕੇ ਨਾਲ ਪੋਲਿਟਿਕਸ ਕਰਨ ਦੇ ਤਰਫ ਜਿਹੜੀਆਂ ਹੈਗੀਆਂ ਝੁਕ ਸਕਦੀਆਂ ਨੇ। ਇਸ ਪਾਰਟੀ ਬਾਰੇ ਪ੍ਰੋਫੈਸ ਕਰਦੇ ਆ, ਪਰ ਜਿਹੜਾ ਸਵਰਾਜ ਇੰਡੀਆ ਬਿਲਕੁਲ ਇਸੇ ਸੋਚ ਦੇ ਉੱਤੇ ਆ ਰਿਹਾ ਹੈ। ਸੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਵਰਾਜ ਇੰਡੀਆ ਵਾਸਤੇ ਵੀ ਵੱਡੀ ਚੁਣੌਤੀ ਹੈ ਕਿ ਉਹ ਆਪਣੀ ਹੋਂਦ ਉੱਥੇ ਦਰਜ ਕਰਵਾ ਸਕਦੇ ਨੇ ਕਿ ਨਹੀਂ ਕਰਵਾ ਸਕਦੇ। ਇਹ ਠੀਕ ਹੈ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਨਹੀਂ ਤਾਂ ਕਾਫੀ ਹੱਦ ਤੱਕ ਜਿਹੜਾ ਹੈਗਾ ਨੁਕਸਾਨ ਕਰਨ ਦੇ ਸਮਰੱਥਤਾ ਹੁੰਦੇ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਮੁੱਖ ਕਾਰਕੁਨ ਨਾ ਦਿੱਲੀ ਬੇਸਡ ਨੇ। ਪਰ ਜੇ ਉਹ ਦਰਜ ਕਰਵਾਉਂਦੇ ਨੇ ਆਪਣੀ ਹੋਂਦ ਤਾਂ ਆਮ ਆਦਮੀ ਪਾਰਟੀ ਵਾਸਤੇ ਇੱਕ ਤੇ ਇਹ ਬਹੁਤ ਵੱਡਾ ਜਿਹੜਾ ਹੈਗਾ ਚੁਣੌਤੀ ਹੋਏਗੀ। ਦੂਸਰਾ, ਉਹ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਗਈ ਸੀ ਉੱਥੇ ਹਰ ਵਾਰ ਕੋਟ ਕਰਦੇ ਨੇ ਕਿ ਅਸੀਂ ਜੋ ਕੰਮ ਦਿੱਲੀ 'ਚ ਕੀਤੇ ਨੇ ਉਹਨਾਂ ਨੂੰ ਵੇਖ ਕੇ ਸਾਨੂੰ ਵੋਟ ਦਿਓ, ਪਰ ਇੱਥੇ ਉਹਨਾਂ ਦੀ ਵੋਟ ਮਿਲਣਾ ਨਾ ਮਿਲਣਾ ਉਹਨਾਂ ਦੇ ਕੰਮਾਂ ਦੇ ਕੀਤੇ ਕੰਮ ਹੋਏ ਨੇ ਜਾਂ ਉਹਦਾ ਸਿਰਫ ਪ੍ਰਚਾਰ ਹੋ ਰਿਹਾ ਜਾਂ ਕਿੰਨੇ ਕੁ ਹੋਏ ਨੇ, ਉਹਦੇ ਬਾਰੇ ਸਪਸ਼ਟ ਇੱਕ ਰਾਏ ਜਿਹੜੀ ਹੈਗੀ ਲੋਕਾਂ ਦੀ ਸਾਹਮਣੇ ਆ ਜਾਏਗੀ ਕਿ ਰੀਅਲੀ ਦਿੱਲੀ 'ਚ ਕੁਝ ਕੰਮ ਕਰ ਰਹੇ ਨੇ ਔਰ ਲੋਕਾਂ ਨੂੰ ਮਹਿਸੂਸ ਹੁੰਦੇ ਨੇ ਕੰਮ ਹੋਏ ਨੇ। ਜੇ ਇੱਥੇ ਉਹ ਆਪਣੇ ਆਧਾਰ ਨੂੰ ਵਧਾ ਨਹੀਂ ਸਕਦੀ ਐਮਸੀਡੀ ਦੇ ਵਿੱਚ, ਭਾਵੇਂ ਉਹਨਾਂ ਦਾ ਪਹਿਲਾਂ ਕੋਈ ਆਧਾਰ ਨਹੀਂ, ਪਰ ਆਧਾਰ ਵਧਾਉਣ ਦਾ ਗੱਲ ਕਹਿ ਰਿਹਾ ਕਿ ਜਿਹੋ ਜਿਹੀ ਉਹਨਾਂ ਨੇ ਪਰਫਾਰਮੈਂਸ ਕੀਤੀ ਸੀ ਉੱਥੇ ਦੀ ਜਿਹੜੀ ਅਸੈਂਬਲੀ ਚੋਣਾਂ ਦੇ ਵਿੱਚ ਉਹਦੇ ਨੇੜੇ ਤੇੜੇ
ਤਾਂ ਕਿਤੇ ਉਹਨਾਂ ਦਾ ਜਿਹੜੀ ਹੈਗੀ ਪਰਫਾਰਮੈਂਸ ਨਜ਼ਰ ਆਵੇ, ਤਦੇ ਉਹ ਇਹ ਸੋਚਣ ਲੱਗੇਗਾ ਕਿ ਹਾਂ ਇਹਨਾਂ ਨੇ ਇੱਥੇ ਕੰਮ ਕੀਤਾ ਤਾਂ ਆਪਣਾ ਬੇਸ ਰਿਟੇਨ ਕਰ ਰਹੇ ਨੇ। ਪਰ ਜੇ ਉਹ ਬਹੁਤ ਕਾਫੀ ਨੀਚੇ ਖਿਸ ਜਾਂਦੇ ਨੇ ਤਾਂ ਉਹ ਅੱਗੇ ਵਾਸਤੇ ਕਿਤੇ ਜਾ ਕੇ ਇਹ ਕਹਿਣ ਦੇ ਸਮਰੱਥ ਨਹੀਂ ਹੋਣਗੇ ਕਿ ਸਾਡੇ ਦਿੱਲੀ 'ਚ ਕੀਤੇ ਹੋਏ ਕੰਮਾਂ ਨੂੰ ਵੇਖਿਆ ਜਾਵੇ। ਔਰ ਫਿਰ ਕਾਂਗਰਸ ਪਾਰਟੀ ਦੀ ਗੱਲ ਹੈ ਕਿ ਹਾਲਾਂਕਿ ਇਸ ਵਕਤ ਇਹ ਚੋਣਾਂ ਉਹਨਾਂ ਦੇ ਪਿਛੋਕੜ ਨੂੰ ਛੱਡਦੇ ਹੋਏ ਉਹਨਾਂ ਵਾਸਤੇ ਹਰ ਤਰ੍ਹਾਂ ਨਾਲ ਜਿਹੜੀ ਹੈਗੀ ਉਹ ਉਹਨਾਂ ਦੇ ਹੱਕ ਦੀ ਸਿਚੁਏਸ਼ਨ ਜਾਂਦੀ ਹੈ। ਬੀਜੇਪੀ ਦੇ ਐਮਸੀਡੀ ਦੀ ਐਂਟੀ ਇਨਕੰਬੈਂਸੀ ਉਹਦੇ ਹੈਗੀ ਸਿਰ ਦੇ ਉੱਤੇ, ਉਹ ਜਵਾਬਦੇਹ ਆ ਲੋਕਾਂ ਨੂੰ। ਜੇ ਕੋਈ ਤਕਲੀਫਾਂ ਹੋਈਆਂ ਨੇ, ਡੇਂਗੂ ਵੀ ਹੋਇਆ, ਸਫਾਈ ਦੇ ਮਸਲੇ ਵੀ ਖੜੇ ਹੋਏ ਨੇ, ਕਰਮਚਾਰੀਆਂ ਦੀ ਹੜਤਾਲਾਂ ਵੀ ਹੋਈਆਂ ਨੇ, ਤਾਂ ਉਹਦਾ ਕਿਤੇ ਉਹਨਾਂ ਨੂੰ ਵੀ ਜਵਾਬ ਦੇਣਾ ਪਏਗਾ। ਆਮ ਆਦਮੀ ਪਾਰਟੀ ਨੂੰ ਵੀ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਏਗਾ। ਪਰ ਕਾਂਗਰਸ ਨੂੰ ਜਿਹੜੀ ਉਹਨਾਂ ਦੀ ਮੁਲਕ ਦੇ ਵਿੱਚ ਛਵੀ ਆ, ਜੇ ਉਹਨੂੰ ਪਾਸੇ ਰੱਖਦੇ ਜਾਈਏ, ਦਿੱਲੀ ਦੇ ਵਿੱਚ ਰੀਸੈਂਟਲੀ 2-2.5 ਸਾਲ ਦੀ ਕੋਈ ਜਵਾਬਦੇਹੀ ਉਹਨਾਂ ਦੀ ਕਿਸੇ ਵੀ ਇੰਸਟੀਟਿਊਸ਼ਨ ਨੂੰ ਵੇਖੀਏ ਹੈ ਨਹੀਂ। ਸੋ ਪਰ ਇੱਕ ਗੱਲ ਹੈਗੀ ਆ ਕਿ ਜਿਹੋ ਜੀ ਉਹਨਾਂ ਦਾ ਲੀਡਰਸ਼ਿਪ ਕ੍ਰਾਈਸਿਸ ਚੱਲਦਾ, ਜੇ ਉਹਦਾ ਪ੍ਰਭਾਵ ਉਹ ਲੋਕਾਂ ਤੱਕ ਨਹੀਂ ਜਾਣ ਦਿੰਦੇ, ਲੋਕਲ ਲੀਡਰਸ਼ਿਪ ਜਿਹੜੀ ਹੈਗੀ ਉਹ ਉਹਦਾ ਫੇਸ ਲੈ ਕੇ ਜਾਂਦੇ ਨੇ, ਤਦ ਹੋ ਸਕਦਾ ਉਹ ਆਪਣਾ ਕੁਝ ਅਕਸ ਸੁਧਾਰ ਲੈਣ। ਪਰ ਜਿਸ ਤਰ੍ਹਾਂ ਦੀ ਪੋਲੀਟੀਕਲ ਸਿਚੁਏਸ਼ਨ ਹੈ, ਇਹ ਨਹੀਂ ਮੈਂ ਕਹਿ ਸਕਦਾ ਕਿ ਬਹੁਤ ਅਕਸ ਸੁਧਾਰਨ ਦੇ ਸਮਰੱਥ ਹੋ ਸਕਦੇ ਨੇ, ਪਰ ਉਹਨਾਂ ਵਾਸਤੇ ਸੰਭਾਵਨਾਵਾਂ ਹੈਗੀਆਂ। ਤੇ ਇਸੇ ਤਰ੍ਹਾਂ ਹੀ ਬੀਜੇਪੀ ਜਿਹੜੇ ਹੈਗੀ ਆ, ਭਾਵੇਂ ਬਹੁਤ ਵੱਡੀ ਮੋਦੀ ਲਹਿਰ ਚੱਲਦੀ ਹੈ ਔਰ ਉਸ ਪੋਲਿਟਿਕਸ ਦੇ ਵਿੱਚ ਐਮਸੀਡੀ ਚੋਣਾਂ ਬਹੁਤ ਵੱਡੀਆਂ ਚੋਣਾਂ ਵੀ ਹੈ ਨਹੀਂ, ਪਰ ਈਵਨ ਦੈਨ ਜੇ ਇੱਥੇ ਉਹ ਆਪਣੇ ਆਪ ਨੂੰ ਘੱਟੋ ਘੱਟ ਇਨਕੰਬੈਂਸੀ ਹੁੰਦੇ ਹੋਏ ਵੀ ਰਿਸਪੈਕਟੇਬਲ ਸਿਚੁਏਸ਼ਨ 'ਚ ਨਹੀਂ ਰੱਖ ਪਾਉਂਦੇ, ਤਦ ਭਾਵੇਂ ਆਪਾਂ ਕੁਝ ਵੀ ਆਖੀਏ, ਕਿਤੇ ਨਾ ਕਿਤੇ ਜਿਹੜੀ ਉਹਨਾਂ ਦੇ ਹੱਕ 'ਚ ਵੇਵ ਚੱਲਦੀ ਹੈ ਉਹ ਮੰਦਮ ਹੁੰਦੀ ਜ਼ਰੂਰ ਨਜ਼ਰ ਹੋਏਗੀ। ਭਾਵੇਂ ਉਹ ਵਕਤੀ ਤੌਰ ਤੇ ਹੋਵੇ ਤੇ ਚਾਹੇ ਉਹ ਮੰਦਮਪੁਣਾ ਜਿਹੜਾ ਅੱਗੇ ਪ੍ਰੋਲੋਂਗ ਹੋ ਜਾਵੇ, ਪਰ ਕੁਝ ਮੰਦਮ ਹੁੰਦੀ ਨਜ਼ਰ ਆਏਗੀ, ਕਿਉਂਕਿ ਦਿੱਲੀ ਜਿਹੜੀ ਹੈਗੀ ਮੁਲਕ ਦੀ ਰਾਜਧਾਨੀ ਹੈ ਔਰ ਇੱਥੇ ਦੇ ਜਿਹੜੇ ਟ੍ਰੈਂਡਸ ਨੇ ਉਹ ਜ਼ਰੂਰ ਜਿਹੜੇ ਹੈਗੇ ਲੋਕਾਂ ਦੇ ਮਨ ਨੂੰ ਪ੍ਰਭਾਵਿਤ ਕਰਨਗੇ। ਜੀ ਸੀਪੀ ਸਿੰਘ ਜੀ। ਹਰਪ੍ਰੀਤ ਜੀ, ਬਿਲਕੁਲ ਐਮਸੀਡੀ ਦੀ ਇਲੈਕਸ਼ਨ ਨੂੰ ਇੱਕ ਤਰ੍ਹਾਂ ਨਾਲ ਟ੍ਰਾਇਲ ਦੇਖਿਆ ਜਾ ਰਿਹਾ ਸੀਗਾ ਔਰ ਦੇਖਿਆ ਜਾ ਵੀ ਰਿਹਾ ਹੈ। ਈਵਨ ਕਿ ਤੁਸੀਂ ਦੇਖੋ ਕਾਫੀ ਸਾਰੀਆਂ ਪਾਰਟੀਆਂ ਦੀ ਜਿਹੜੀ ਸਾਥ ਤੁਸੀਂ ਕਹਿ ਲਓ, ਜਿਵੇਂ ਕਾਂਗਰਸ ਹੋ ਗਈ, ਸਵਰਾਜ ਅਭਿਆਨ ਹੈ, ਉਹ ਵੀ ਕਾਫੀ ਇਹਦੇ ਚ ਇੰਪੋਰਟੈਂਟ ਰੋਲ ਪਲੇ ਕਰਨ ਜਾ ਰਿਹਾ ਹੈ। ਪਲੱਸ ਸਭ ਤੋਂ ਵੱਡਾ ਜਿਹੜਾ ਮੇਨ ਇਹਦੇ ਚ ਇਫੈਕਟ ਪੈਣ ਵਾਲਾ ਹੈ ਉਹ ਆਮ ਆਦਮੀ ਪਾਰਟੀ ਤੇ ਪੈਣ ਵਾਲਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਚੀਜ਼ ਮੈਂ ਕੋਰਿਲੇਟ ਕਰ ਰਿਹਾ ਸੀਗਾ, ਪੰਜਾਬ ਇਲੈਕਸ਼ਨ ਜਦੋਂ ਦੀ ਖਤਮ ਹੋਈ ਹੈ ਉਦੋਂ ਤੋਂ ਦਿੱਲੀ ਦੀ ਜਿਹੜੀ ਦਿੱਲੀ ਦੇ ਜਿਹੜੇ ਕੀਤੇ ਹੋਏ ਕੰਮ ਸੀ ਜਾਂ ਦਿੱਲੀ ਦੀਆਂ ਜਿਹੜੀਆਂ ਪ੍ਰਾਪਤੀਆਂ ਸੀਗੀਆਂ ਉਹ ਵੀ ਜਿਹੜੀਆਂ ਹੁਣ ਫੇਸਬੁੱਕ ਤੋਂ ਅਲੋਪ ਹੁੰਦੀਆਂ ਨਜ਼ਰ ਆ ਰਹੀਆਂ। ਸੋ ਕਿਤੇ ਨਾ ਕਿਤੇ ਉਹ ਇਲੈਕਸ਼ਨ ਦੇ ਮੱਦੇਨਜ਼ਰ ਹੀ ਉਹ ਇੱਕ ਕੈਂਪੇਨ ਚਲਾਇਆ ਜਾ ਰਿਹਾ ਸੀ। ਸੋ ਕਿਤੇ ਨਾ ਕਿਤੇ ਜੇ ਗਰਾਊਂਡ ਲੈਵਲ ਤੇ ਜਾ ਕੇ ਦਿੱਲੀ ਦੀ ਗੱਲ ਕਰੀਏ ਤਾਂ ਗਰਾਊਂਡ ਲੈਵਲ ਤੇ ਜੋ ਵੀ ਕੰਮ ਹੋਏ ਨੇ ਜਾਂ ਜਿਹੜੇ ਕੰਮ ਹਲੇ ਪੈਂਡਿੰਗ ਨੇ ਜਾਂ ਜਿਹੜੇ ਹਲੇ ਹੋ ਰਹੇ ਨੇ ਉਹ ਜੋ 2.5 ਸਾਲ ਦੇ ਵਿੱਚ ਹੋਣੇ ਚਾਹੀਦੇ ਸੀ ਉਸ ਤੋਂ ਬਹੁਤ ਜ਼ਿਆਦਾ ਪਿਛੜ ਚੁੱਕੇ ਨੇ। ਸੋ ਕਿਤੇ ਨਾ ਕਿਤੇ ਇਹ ਵਾਲਾ ਫੈਕਟਰ ਵੀ ਜਿਹੜਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮੈਟਰ ਕਰੇਗਾ। ਔਰ ਸੈਕੰਡ ਜਿਹੜਾ ਮੇਜਰ ਇੰਪੈਕਟ ਲੋਕਾਂ ਦੇ ਪੈਣ ਵਾਲਾ ਉਹ ਬੀਜੇਪੀ ਦੀ ਜਿਹੜੀ ਕਮਬੈਕ ਹੋਈ ਹੈ ਯੂਪੀ ਦੇ ਵਿੱਚ ਜਾਂ ਹੋਰ 2-3 ਸਟੇਟਾਂ ਦੇ ਵਿੱਚ, ਉਹਦਾ ਜਿਹੜਾ ਇਫੈਕਟ ਹੈ ਦੈਟ ਇਜ਼ ਕਾਲਡ ਮੋਦੀ ਲਹਿਰ ਜਿਹੜੀ ਹੈ ਉਹ ਜਿਹੜੀ ਬਹੁਤ ਜ਼ਿਆਦਾ ਇੰਪੈਕਟ ਪਾਉਣ ਵਾਲੀ ਹੈ। ਕਿਉਂਕਿ ਹੁਣੇ 2-3 ਦਿਨ ਪਹਿਲਾਂ ਤੋਂ ਗੱਲਾਂ ਸ਼ੁਰੂ ਹੋ ਗਈਆਂ ਕਿ ਰਾਸ਼ਟਰਪਤੀ ਦੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਬੀਜੇਪੀ ਆਪਣੇ ਕਿਹੜੇ ਕੈਂਡੀਡੇਟ ਖੜਾਏਗਾ। ਸੋ ਕਿਤੇ ਨਾ ਕਿਤੇ ਉਹ ਵਾਲਾ ਇੰਪੈਕਟ ਵੀ ਜਿਹੜਾ ਉਹ ਐਮਸੀਡੀ ਦੀ ਇਲੈਕਸ਼ਨ ਤੇ ਪਏਗਾ। ਹਾਲਾਂਕਿ ਬਹੁਤ ਮੇਜਰ ਇਲੈਕਸ਼ਨ ਨਹੀਂ ਮੰਨਿਆ ਜਾਂਦਾ ਇਹਨੂੰ, ਪਰ ਕਿਤੇ ਨਾ ਕਿਤੇ ਦਿੱਲੀ ਦੀ ਕਾਰਪੋਰੇਸ਼ਨ ਵਾਸਤੇ ਔਰ ਦਿੱਲੀ ਦੇ ਵਿਕਾਸ ਵਾਸਤੇ ਜਿਹੜੀ ਇਹ ਇਲੈਕਸ਼ਨ ਹੁੰਦੀ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਇਸ ਕਰਕੇ ਸ਼ਾਇਦ ਆਮ ਆਦਮੀ ਪਾਰਟੀ ਵਾਸਤੇ ਇੱਕ ਲਿਟਮਸ ਪੇਪਰ ਟੈਸਟ ਹੋਏਗਾ ਔਰ ਲਿਟਮਸ ਪੇਪਰ ਦੇ ਵਿੱਚ ਦੇਖਣਾ ਹੋਏਗਾ ਕਿ ਕਿਹੜਾ ਕਲਰ ਫੜਦਾ ਹੈ ਔਰ ਜਿਹਦੀ ਕੀ ਆਸ ਜਿਹੜੀ ਹੈ ਉਹ ਬਹੁਤ ਘੱਟ ਨਜ਼ਰ ਆ ਰਹੀ ਹੈ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਡੈਮੇਜ ਕੰਟਰੋਲ ਵੀ ਕਰਨਾ ਪਏਗਾ ਉਹ ਬਹੁਤ ਔਖਾ ਕਰਨਾ ਪਏਗਾ, ਕਿਉਂਕਿ ਸਵਰਾਜ ਅਭਿਆਨ ਜਿਹੜਾ ਹੈਗਾ ਉਹ ਇਹਨਾਂ ਦੇ ਵੋਟ ਕਟਿੰਗ ਦੇ ਵਿੱਚ ਜਾਂ ਇਹਨਾਂ ਦੀ ਜਿਹੜੀ ਲਹਿਰ ਹੋਏਗੀ ਉਹਨੂੰ ਬਹੁਤ ਜ਼ਿਆਦਾ ਕੱਟ ਕਰੇਗਾ। ਔਰ ਸ਼ਾਇਦ ਸਵਰਾਜ ਅਭਿਆਨ ਦਾ, ਜਿਵੇਂ ਤੁਸੀਂ ਕੁਐਸਚਨ ਵੀ ਪੁੱਛਿਆ ਸੀ, ਸਵਰਾਜ ਅਭਿਆਨ ਦਾ ਮੇਨ ਇੰਪੈਕਟ ਜਾਂ ਮੇਨ ਇਫੈਕਟ ਹੈ ਜਿਹੜਾ ਉਹ ਆਮ ਆਦਮੀ ਦੇ ਪੈਣ ਵਾਲਾ ਹੈ। ਔਰ ਸ਼ਾਇਦ ਆਮ ਆਦਮੀ ਦੀ ਜਿਹੜੀ ਵੋਟ ਕਟਿੰਗ ਹੋਣੀ ਹੈ ਉਹ ਸਿੱਧੀ ਬੀਜੇਪੀ ਦੇ ਖੇਮੇ ਦੇ ਵਿੱਚ ਜਾਂਦੀ ਨਜ਼ਰ ਆਉਂਦੀ ਹੈ। ਸੋ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈ ਉਹ ਰੇਸ ਦੇ ਵਿੱਚ ਹਲੇ ਹੈ, ਲੇਕਿਨ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਮੋਦੀ ਲਹਿਰ ਕਰਕੇ ਬੀਜੇਪੀ ਇਸ ਵਾਰ ਐਮਸੀਡੀ ਇਲੈਕਸ਼ਨ ਦੀ ਰੇਸ ਦੇ ਵਿੱਚ ਹੈ। ਜੇ ਦਿੱਲੀ ਐਮਸੀਡੀ ਦੀ ਇਲੈਕਸ਼ਨ ਦੀ ਥੋੜੀ ਜੀ ਗੱਲ ਕਰੀਏ, ਥੋੜਾ ਜਿਹਾ ਇਹਨੂੰ ਮੈਂ ਪੰਜਾਬ ਅਤੇ ਯੂਪੀ ਇਲੈਕਸ਼ਨ ਨਾਲ ਮਿਲਾ ਕੇ ਜ਼ਰੂਰ ਦੇਖਣਾ ਚਾਹੂੰਗਾ। ਯੂਪੀ ਵਿੱਚ ਬੀਐਸਪੀ ਭਾਰਤੀ ਸਮਾਜਵਾਦੀ ਪਾਰਟੀ ਮਾਇਆਵਤੀ ਜੀ ਦੀ ਹਾਰ ਤੋਂ ਬਾਅਦ ਕਿਤੇ ਨਾ ਕਿਤੇ ਮਾਇਆਵਤੀ ਜੀ ਨੇ ਈਵੀਐਮ ਮਸ਼ੀਨਾਂ ਦੇ ਉੱਤੇ ਸਵਾਲ ਉਠਾਏ ਸੀ। ਉਹਨਾਂ ਦਾ ਕਹਿਣਾ ਸੀ ਕਿ
ਪਿੰਡਾਂ ਦੇ ਪਿੰਡ ਨੇ ਜਾਂ ਬਹੁਤ ਵੱਡੀਆਂ ਸੰਖਿਆ ਵਿੱਚ ਸਾਡੇ ਵੋਲੰਟੀਅਰ ਨੇ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਆ, ਪਰ ਜਿਹੜੇ ਰਿਜ਼ਲਟ ਆਏ ਨੇ ਉਹਦੇ ਅਨੁਕੂਲ ਨਹੀਂ ਆ, ਉਹਦੇ ਅਨੁਸਾਰ ਨਹੀਂ ਆ। ਆਮ ਆਦਮੀ ਪਾਰਟੀ ਜਿਨ੍ਹਾਂ ਕਿ ਪਹਿਲਾਂ ਹੀ ਪੰਜਾਬ 'ਚ ਲਗਭਗ 1 ਮਹੀਨੇ ਦੇ ਕੋਲ, 1 ਮਹੀਨੇ ਤੋਂ ਕੁਝ ਦਿਨ ਜ਼ਿਆਦਾ ਆਪਣੇ ਵੋਲੰਟੀਅਰਸ ਬਾਹਰ ਈਵੀਐਮ ਮਸ਼ੀਨਾਂ ਦੀ ਰਾਖੀ ਤੇ ਬਿਠਾ ਛੱਡੇ ਤੇ ਇੱਕ ਵੱਡੀ ਤੁਸੀਂ ਕਹਿ ਸਕਦੇ ਹੋ ਇੱਕ ਮੁੱਦਾ ਬਣਾ ਕੇ ਨੈਸ਼ਨਲ ਮੀਡੀਆ 'ਚ ਵੀ ਇਸ ਮੁੱਦੇ ਨੂੰ ਪੇਸ਼ ਕੀਤਾ ਸੀ। ਹਾਈ ਕੋਰਟ ਦਾ ਦਰਵਾਜ਼ਾ ਤੱਕ ਖਟਖਟਾਇਆ ਗਿਆ ਸੀ ਈਵੀਐਮ ਮਸ਼ੀਨਾਂ ਦੀ ਸਿਕਿਉਰਿਟੀ ਅਤੇ ਈਵੀਐਮ ਮਸ਼ੀਨਾਂ ਨਾਲ ਹੇਰਾਫੇਰੀ ਨਾ ਹੋ ਜੇ ਇਸ ਮਾਮਲੇ ਨੂੰ ਲੈ ਕੇ। ਹਾਈ ਕੋਰਟ ਨੇ ਕਾਫੀ ਸਖਤ ਰਵੱਈਏ ਨਾਲ ਈਵਨ ਦੋ ਕਿ ਇਲੈਕਸ਼ਨ ਕਮਿਸ਼ਨ ਨੂੰ ਵੀ ਨਿਰਦੇਸ਼ ਦਿੱਤੇ ਸੀ ਕਿ ਜੋ ਪ੍ਰੋਟੋਕਾਲ ਆ ਉਹਨੂੰ ਪ੍ਰੋਪਰਲੀ ਫੋਲੋ ਕੀਤਾ ਜਾਵੇ, ਪਰ ਨਾਲ ਹੀ ਆਮ ਆਦਮੀ ਪਾਰਟੀ ਦੇ ਵੀ ਸਵਾਲ ਉਠਾਏ ਸੀ ਕਿ ਜਦੋਂ ਤੁਸੀਂ ਜਿੱਤ ਜਾਂਦੇ ਜੋ ਉਦੋਂ ਤੁਸੀਂ ਈਵੀਐਮ ਮਸ਼ੀਨਾਂ ਤੇ ਸਵਾਲ ਨਹੀਂ ਕਰਦੇ, ਪਰ ਜਦੋਂ ਤੁਸੀਂ ਹਾਰ ਗਏ ਫਿਰ ਤੁਸੀਂ ਈਵੀਐਮ ਮਸ਼ੀਨਾਂ ਤੇ ਸਵਾਲ ਜ਼ਰੂਰ ਉਠਾਓਗੇ। ਦਿੱਲੀ ਇਲੈਕਸ਼ਨ ਦੀ ਜੇ ਗੱਲ ਕਰੀਏ, ਦਿੱਲੀ ਇਲੈਕਸ਼ਨ ਵਿੱਚ ਇਲੈਕਸ਼ਨ ਹੋਣ ਤੋਂ ਪਹਿਲਾਂ ਵੋਟਾਂ ਕਾਸਟ ਹੋਣ ਤੋਂ ਪਹਿਲਾਂ ਹੀ ਈਵੀਐਮ ਮਸ਼ੀਨਾਂ ਦਾ ਮੁੱਦਾ ਹਾਵੀ ਹੋ ਗਿਆ ਵਾ। ਬੇਸ ਕਿਤੇ ਨਾ ਕਿਤੇ ਯੂਪੀ ਇਲੈਕਸ਼ਨ ਵਿੱਚ ਮਾਇਆਵਤੀ ਜੀ ਨੇ ਬਣਾਇਆ ਵਾ। ਇੱਕ ਕੇਸ ਮੈਂ ਤੁਹਾਡੇ ਸਾਹਮਣੇ ਜ਼ਰੂਰ ਡਿਸਕਸ ਕਰੂੰਗਾ ਜੋ ਕਿ ਮੁੰਬਈ BMC ਜੋ ਮੁਨਸਿਪਲ ਇਲੈਕਸ਼ਨ ਹੋਈਆਂ ਸੀ ਮੁੰਬਈ 'ਚ, ਜੋ ਮੁਨਸਿਪਲ ਇਲੈਕਸ਼ਨ ਹੋਈਆਂ ਸੀ, ਉੱਥੋਂ ਇੱਕ ਕਾਉਂਸਲਰ ਨੇ ਕੰਪਲੇਨ ਕੀਤੀ ਸੀ ਕਿ ਉਹਨਾਂ ਦੇ ਫੈਮਿਲੀ ਦੇ 29 ਪਰਿਵਾਰ ਦੇ ਲੋਕ ਨੇ ਜਿਨ੍ਹਾਂ ਨੇ ਕਿ ਐਟਲੀਸਟ ਉਹਨਾਂ ਦਾ ਅੰਦਾਜ਼ਾ ਹੈ ਕਿ ਮੇਰੀ ਫੈਮਿਲੀ ਤੇ ਮੇਰੇ ਵਾਸਤੇ ਵੋਟ ਪਾਈਆਂ ਹੋਣਗੀਆਂ, ਪਰ ਜਦੋਂ ਈਵੀਐਮ ਮਸ਼ੀਨਾਂ ਦਾ ਰਿਜ਼ਲਟ ਨਿਕਲਿਆ ਤੇ ਉਹਨਾਂ ਨੂੰ ਕੋਈ ਵੀ ਵੋਟ ਤੁਸੀਂ 0 ਜਾਂ 0 ਵੋਟ ਕਹਿ ਸਕਦੇ ਜੋ ਉਹਨਾਂ ਦੇ ਖਾਤੇ ਵਿੱਚ ਜਾਂ ਉਹਨਾਂ ਨੂੰ ਪਈ ਸੀ। ਹਾਈ ਕੋਰਟ ਵਿੱਚ ਉਹ ਇਹ ਮਾਮਲਾ ਲੈ ਕੇ ਜਾ ਰਹੇ ਨੇ। ਇਸ ਮਾਮਲੇ ਨੂੰ ਬੇਸ ਬਣਾ ਕੇ ਹੀ ਮਾਇਆਵਤੀ ਜੀ ਨੇ ਇਹ ਸਵਾਲ ਉਠਾਏ ਸੀ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਇਲੈਕਸ਼ਨ ਕਮਿਸ਼ਨ ਸਾਹਮਣੇ ਇਹ ਰਿਕੁਐਸਟ ਰੱਖੀ ਆ ਕਿ ਈਵੀਐਮ ਮਸ਼ੀਨਾਂ ਇਸ ਇਲੈਕਸ਼ਨ ਵਿੱਚ ਨਾ ਇਸਤੇਮਾਲ ਕੀਤੀਆਂ ਜਾਣ, ਪੁਰਾਣੇ ਤਰੀਕੇ ਨਾਲ ਜੋ ਬੈਲਟਸ ਬਣਦੇ ਸੀ ਉਸ ਤਰ੍ਹਾਂ ਹੀ MCD ਦੀਆਂ ਇਲੈਕਸ਼ਨਾਂ ਕਰਾਈ ਜਾਣ। ਪਰ ਦਿੱਲੀ ਇਲੈਕਸ਼ਨ ਕਮਿਸ਼ਨ ਨੇ ਇਸ ਗੱਲ ਤੋਂ ਬਿਲਕੁਲ ਮਨਾ ਕਰਤਾ ਹੈ ਤੇ ਈਵੀਐਮ ਮਸ਼ੀਨਾਂ ਨਾਲ ਇਲੈਕਸ਼ਨ ਕਰਾਉਣ ਦੀ ਗੱਲ ਕੀਤੀ ਆ। ਈਵੀਐਮ ਮਸ਼ੀਨਾਂ ਤੇ ਡਾਊਟ ਕਰਨਾ ਜਾਂ ਫਿਰ ਪੂਰੇ ਇਲੈਕਸ਼ਨ ਪ੍ਰੋਸੈਸ ਨੂੰ ਅੱਗੇ ਦੀ ਬਜਾਏ ਪਿੱਛੇ ਨੂੰ ਲੈ ਕੇ ਜਾਣਾ, ਬੈਲਟ ਪੇਪਰ ਨੂੰ ਇਸਤੇਮਾਲ ਕਰਨਾ, ਮਾਇਆਵਤੀ ਜੀ ਦੇ ਉਸ ਸ਼ੱਕ ਦੇ ਆਧਾਰ ਤੇ ਇਹ ਡਿਮਾਂਡ ਕਰਨੀ, ਕੀ ਇਹ ਜਾਇਜ਼ ਹੈ? ਹਰਪ੍ਰੀਤ ਜੀ, ਮੈਂ ਕੋਈ ਬਹੁਤ ਮਾਹਰ ਨਹੀਂ ਆ ਆਪਣੇ ਆਪ ਨੂੰ ਸਮਝਦਾ ਈਵੀਐਮ ਮਸ਼ੀਨਾਂ ਦੇ ਮਾਮਲੇ ਦੇ ਵਿੱਚ, ਪਰ ਮੈਨੂੰ ਜਿੰਨੀ ਕੁ ਸਮਝ ਹੁਣ ਤੱਕ ਇਸ ਚਰਚਾ ਤੋਂ ਬਾਅਦ ਆ ਸਕੀ ਆ, ਜਿੰਨਾ ਕੁ ਮੀਡੀਆ ਨੇ ਇਸ ਨੂੰ ਪੇਸ਼ ਕਰਨ ਦਾ ਯਤਨ ਕੀਤਾ, ਜਿੰਨਾ ਚੈਨਲਾਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਹਵਾਲੇ ਨਾਲ ਗੱਲਾਂ ਸਾਹਮਣੇ ਆ ਸਕੀਆਂ, ਉਹਨਾਂ ਤੋਂ ਇੱਕ ਗੱਲ ਤਾਂ ਜ਼ਾਹਰ ਹੋ ਜਾਂਦੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਬਹੁਤ ਵੱਡੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿ ਈਵੀਐਮ ਮਸ਼ੀਨਾਂ ਦੇ ਵਿੱਚ ਹੇਰਾਫੇਰੀ ਕੀਤੀ ਜਾ ਸਕਦੀ ਹੈ। ਜਦੋਂ VOTING ਸ਼ੁਰੂ ਕੀਤੀ ਜਾਂਦੀ ਹੈ ਉਦੋਂ ਬਿਲਕੁਲ ਸਾਰੇ ਕੈਂਡੀਡੇਟਾਂ ਦੀ ਹਾਜ਼ਰੀ ਦੇ ਵਿੱਚ ਈਵੀਐਮ ਮਸ਼ੀਨ ਦੇ ਉੱਤੇ VOTING ਕਰਕੇ ਦਿਖਾਈ ਜਾਂਦੀ ਹੈ, ਫਿਰ ਉਹਨੂੰ 0 ਕੀਤਾ ਜਾਂਦਾ, ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉਹਨੂੰ ਸੀਲ ਕਰਕੇ ਸੁਰੱਖਿਅਤ ਥਾਂ ਦੇ ਉੱਤੇ ਭਿਜਵਾ ਦਿੱਤਾ ਜਾਂਦਾ। ਉਸ ਤੋਂ ਬਾਅਦ ਉਹਦੀ ਸੀਲ ਨੂੰ ਤੋੜਨਾ ਬਿਲਕੁਲ ਹਰ ਕਿਸੇ ਦੇ ਵੱਸ ਦਾ ਨਹੀਂ। ਇਹ ਨਹੀਂ ਕਿ ਜਿਨ੍ਹਾਂ ਕੈਂਡੀਡੇਟ ਦੇ ਸਾਹਮਣੇ ਜਾਂ ਜਿਨ੍ਹਾਂ ਪਾਰਟੀ ਦੇ ਮੈਂਬਰਾਂ ਦੇ ਸਾਹਮਣੇ ਸੀਲ ਲਾਈ ਗਈ ਆ ਉਹ ਆਪਣੀ ਇੱਛਾ ਦੇ ਨਾਲ ਉਹ ਸੀਲ ਤੋੜ ਲੈਣਗੇ। ਤੁਸੀਂ ਬਕਸੇ ਨੂੰ ਭੰਨ ਸਕਦੇ ਹੋ, ਪਰ ਕੰਪਿਊਟਰਾਈਜ਼ਡ ਜਿਹੜੀ VOTING ਹੋਈ ਆ ਉਹਦਾ ਜਿਹੜਾ ਕੋਡ ਆ ਉਹਨੂੰ ਤੁਸੀਂ ਤੋੜ ਨਹੀਂ ਸਕਦੇ। ਉਹਦੇ ਲਈ ਸਪੈਸ਼ਲ ਉਹੀ ਲੋਕ ਤਾਇਨਾਤ ਹੋਣਗੇ ਜਿਹੜੇ ਕੋਡ ਤੋੜ ਸਕਦੇ ਨੇ। ਇਸ ਕਰਕੇ ਬਹੁਤ ਜ਼ਿਆਦਾ ਹੇਰਾਫੇਰੀ ਦੇ ਕੋਈ ਚਾਂਸ ਨਹੀਂ, ਪਰ ਇਹਦੇ ਬਾਵਜੂਦ ਦਿੱਲੀ ਦੇ ਵਿੱਚ ਇਸ ਗੱਲ ਨੂੰ ਉਭਾਰ ਕੇ ਸ਼ਾਇਦ ਕੇਜਰੀਵਾਲ ਸਾਹਿਬ ਕੋਲੇ ਇੱਕ ਏਜੰਡਾ ਇਹ ਵੀ ਹੈ ਕਿ ਜੇ ਅਸੀਂ ਦਿੱਲੀ ਦੇ ਲੋਕਾਂ ਲਈ ਪੰਜਾਬ ਦੀਆਂ ਚੋਣਾਂ ਕਰਕੇ ਕੁਝ ਨਹੀਂ ਕਰ ਸਕੇ, ਗੋਆ ਦੇ ਵਿੱਚ ਸਰਗਰਮੀ ਕਰਕੇ ਕੁਝ ਨਹੀਂ ਕਰ ਸਕੇ, ਹੁਣ ਤੁਰੰਤ ਜਦੋਂ ਚੋਣ ਜ਼ਾਬਤਾ ਲੱਗ ਗਿਆ ਅਸੀਂ ਕੁਝ ਨਹੀਂ ਕਰ ਸਕਦੇ, ਸਾਡੇ ਕੋਲ ਕੋਈ ਇਸ਼ੂ ਹੋਣਾ ਚਾਹੀਦਾ ਜਿਹਦੇ ਬੇਸ ਦੇ ਉੱਤੇ ਅਸੀਂ ਦਿੱਲੀ ਦੇ ਲੋਕਾਂ ਨੂੰ ਇਹ ਕਹਿ ਸਕੀਏ ਕਿ ਸਾਡੀ ਜਿੱਤ ਹੋਣ ਦੀ ਸੰਭਾਵਨਾ ਵਾ, ਜਿਹੜੀ ਅਗਾਊਂ ਹੀ ਲੁੱਟੀ ਜਾ ਰਹੀ ਆ ਸਾਡੀ ਜਿੱਤ। ਬਿਲਕੁਲ ਏਦਾਂ ਹੀ ਕਹਿ ਸਕਦੇ ਹਾਂ ਜਿਵੇਂ ਕਾਂਗਰਸ ਕਹਿੰਦੀ ਹੈ ਕਿ ਮਨੀਪੁਰ ਤੇ ਗੋਆ 'ਚ ਸਾਡੀ ਜਿੱਤ ਨੂੰ ਚੁਰਾ ਲਿਆ ਗਿਆ ਵਾ, ਜਾਂ ਲੋਕਾਂ ਦੇ ਜਨਾਦੇਸ਼ ਨੂੰ ਚੁਰਾ ਲਿਆ ਗਿਆ ਵਾ, ਚੋਰੀ ਕਰ ਲਿਆ ਗਿਆ ਵਾ, ਸਟੀਲ ਕਰ ਲਿਆ ਗਿਆ ਵਾ, ਸਟੋਲ ਕਰ ਲਿਆ ਵਾ, ਜੋ ਵੀ ਉਹ ਸ਼ਬਦ ਇਸਤੇਮਾਲ ਵੱਖ-ਵੱਖ ਤਰੀਕੇ ਦੇ ਨਾਲ ਕਰਦੇ ਨੇ, ਜਾਂ ਉਹਦੇ ਉੱਤੇ ਡਾਕਾ ਮਾਰ ਲਿਆ ਗਿਆ ਵਾ। ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਉਭਾਰ ਕੇ ਕੇਜਰੀਵਾਲ ਸਾਹਿਬ ਦਿੱਲੀ ਦੇ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਸ਼ਾਇਦ ਚਾਹੁੰਦੇ ਨੇ।
ਪਰ ਅਦਰਵਾਈਜ਼ VOTING ਬੈਲਟ ਨਾਲ ਹੋਵੇ ਜਾਂ EVM ਮਸ਼ੀਨ ਦੇ ਨਾਲ ਹੋਵੇ, ਲੋਕਾਂ ਦੇ ਸਮਰਥਨ ਤੋਂ ਬਿਨਾਂ ਤੁਸੀਂ ਵੋਟ ਨਹੀਂ ਜਿੱਤ ਸਕਦੇ। ਜਿੱਤੋਗੇ ਤੁਸੀਂ ਤਾਂ ਹੀ ਜੇ ਲੋਕ ਤੁਹਾਨੂੰ ਸਮਰਥਨ ਕਰਨਗੇ। ਔਰ ਮੈਂ ਇੱਕ ਗੱਲ ਫਿਰ ਦੁਹਰਾ ਦਿਆਂ ਕਿ ਇਸ ਵਾਰੀ ਜਿਹੜੀ ਵੀ ਚੋਣ ਹੋਣ ਜਾ ਰਹੀ ਹੈ ਉਹਦੇ ਵਿੱਚ ਬੁਨਿਆਦੀ ਤੌਰ ਤੇ ਟੱਕਰ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਹੀ ਹੋਣੀ ਹੈ, ਪਲੱਸ ਉਹਦੇ ਵਿੱਚ ਕਾਂਗਰਸ। ਸਵਰਾਜ ਅਭਿਆਨ ਦੀ ਅਸੀਂ ਚਰਚਾ ਕਰ ਸਕਦੇ ਹਾਂ ਇਸ ਨੁਕਤਾ ਨਿਗਾਹ ਤੋਂ ਕਿ ਉਹ ਬਹੁਤ ਮੁੱਦੇ ਉਠਾ ਦੇਣਗੇ, ਖਾਸ ਕਰਕੇ ਉਹ ਮੁੱਦੇ ਜਿਹੜੇ ਇਕੱਠੇ ਰਹਿੰਦੇ ਆ ਉਹਨਾਂ ਨੇ ਤੈਅ ਕੀਤੇ ਸਨ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਤਲਾਂਜਲੀ ਦੇ ਚੁੱਕੀ ਆ ਜਾਂ ਉਹਨਾਂ ਤੋਂ ਬਹੁਤ ਪਿੱਛੇ ਹਟ ਚੁੱਕੀ ਆ। ਪਰ ਇੱਕ ਗੱਲ ਬਹੁਤ ਕਨਫਰਮ ਆ ਕਿ ਸਵਰਾਜ ਅਭਿਆਨ ਮੁੱਦੇ ਜੈਨੂਅਨ ਉਠਾਉਣ ਦੇ ਬਾਵਜੂਦ VOTING ਦੇ ਵਿੱਚ ਜੋ ਆਪ ਚੋਣ ਲੜਦੇ ਨੇ ਤਾਂ ਉਹ ਸ਼ਾਇਦ ਸਭ ਤੋਂ ਕਮਜ਼ੋਰ ਰਹਿਣ ਵਾਲੀ ਕਾਂਗਰਸ ਨਾਲੋਂ ਵੀ ਬਹੁਤ ਪਿੱਛੇ ਰਹਿ ਜਾਣਗੇ। ਔਰ ਸ਼ਾਇਦ ਉਹਨਾਂ ਦਾ ਹਾਲਾਤ ਗੋਆ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਹੋਇਆ, ਸ਼ਾਇਦ ਉਦਾਂ ਦਾ ਹਾਲਾਤ ਉਹਨਾਂ ਦੇ ਵੀ ਬਣ ਜਾਣ ਦਿੱਲੀ ਦੇ ਵਿੱਚ। ਇਹਦੇ ਤੋਂ ਇੱਕ ਗੱਲ ਤਾਂ ਤੈਅ ਹੈ ਕਿ ਲੋਕ ਜਿਸ ਵੇਵ ਦੇ ਸ਼ਿਕਾਰ ਹੁੰਦੇ ਨੇ ਉਹਦੇ ਤਹਿਤ VOTING ਕਰਦੇ ਨੇ, ਲੋਕ ਮੁੱਦਿਆਂ ਦੇ ਉੱਤੇ VOTING ਬਿਲਕੁਲ ਵੀ ਨਹੀਂ ਕਰਦੇ। ਕੁਛ ਹੱਦ ਤੱਕ ਸ਼ਾਇਦ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰੂੰਗਾ, ਬਟ ਆਉਣ ਵਾਲਾ ਰਿਜ਼ਲਟ ਹੀ ਦੱਸੂਗਾ ਕਿ ਸਵਰਾਜ ਅਭਿਆਨ ਨੂੰ ਕਿੰਨਾ ਸਮਰਥਨ ਮਿਲਦਾ ਹੈ। ਪਰ ਵਾਪਸ EVM ਦੇ ਮੁੱਦੇ ਤੇ ਜਾਊਂਗਾ। EVM ਦਾ ਮੁੱਦਾ ਦਿੱਲੀ MCD ਤੋਂ ਪਹਿਲਾਂ ਚੱਕਣਾ, ਖਾਸ ਕਰਕੇ ਐਗਜ਼ਾਮਪਲ ਮੈਂ ਤੁਹਾਨੂੰ ਮਹਾਰਾਸ਼ਟਰ ਮਿਊਨਿਸਪਲ ਕਾਰਪੋਰੇਸ਼ਨ ਚ ਹੋਈ ਇਲੈਕਸ਼ਨ ਦਾ ਵੀ ਦਿੱਤਾ ਸੀ, ਕਿੰਨਾ ਕੁ ਜਾਇਜ਼ ਆ ਕਿੰਨਾ ਕੁ ਨਾਜਾਇਜ਼ ਆ। ਦੂਜੇ ਪਾਸੇ ਜੇ ਅਸੀਂ ਇਹ ਕਹੀਏ ਕਿ BJP ਨੇ ਹੇਰਾਫੇਰੀ ਕਰਵਾਈ ਆ UP ਇਲੈਕਸ਼ਨ, ਜਿੱਦਾਂ ਕਿ ਮਾਇਆਵਤੀ ਜੀ ਨੇ ਆਰੋਪ ਲਾਇਆ ਵਾ ਕਿ BJP ਹੇਰਾਫੇਰੀ ਕਰਾ ਕੇ ਜਿੱਤੀ ਆ, ਕੀ ਇਹ ਜਾਇਜ਼ ਆ ਕੀ ਇਹ ਨਾਜਾਇਜ਼ ਆ? ਇੱਕ ਪਾਸੇ ਉੱਤਰ ਪ੍ਰਦੇਸ਼ ਵਿੱਚ ਜੋ UP ਦੀ ਜਿੱਤ ਹੋਈ ਆ, ਜੇ ਅਸੀਂ ਕਹੀਏ ਹੇਰਾਫੇਰੀ ਕਰਵਾ ਕੇ ਕੀਤੀ ਆ, ਪਰ ਦੂਜੇ ਪਾਸੇ ਪੰਜਾਬ ਵਿੱਚ BJP ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਵੀ ਹੋਈ ਆ, ਈਵਨ ਦੋ ਕਿ BJP ਦੇ ਜੋ ਉੱਥੇ ਪ੍ਰਦਰਸ਼ਨ ਰਿਹਾ ਕਾਫੀ ਬੁਰੀ ਤਰ੍ਹਾਂ ਰਿਹਾ ਹੈ। ਨਾਲ ਹੀ ਗੋਆ ਅਤੇ ਮਨੀਪੁਰ ਵਿੱਚ ਵੀ BJP ਕੋਲ ਨੂੰ ਕੁਝ ਖਾਸ ਕਾਮਯਾਬੀ ਨਹੀਂ ਮਿਲੀ। ਗੋਆ ਵਿੱਚ BJP ਦੇ ਈਵਨ ਚੀਫ ਮਿਨਿਸਟਰ ਸੀ ਜੋ ਗੋਆ ਦੇ ਚੀਫ ਮਿਨਿਸਟਰ ਸੀ ਇਲੈਕਸ਼ਨਾਂ ਤੋਂ ਹੋਣ ਤੋਂ ਪਹਿਲਾਂ, ਉਹਨਾਂ ਤੇ ਅਤੇ 6 ਦੂਜੇ ਮਿਨਿਸਟਰਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਮਿਲਿਆ ਵਾ। ਹਰਪ੍ਰੀਤ ਜੀ ਦੇਖੋ, ਇਹਦੇ ਚ ਦੋ ਚੀਜ਼ਾਂ ਹੈਗੀਆਂ। ਜਦੋਂ ਅਸੀਂ ਇਲੈਕਸ਼ਨ ਜਿੱਤ ਜਾਂਦੇ ਆ ਤਾਂ ਉਦੋਂ ਸਿਸਟਮ ਬਹੁਤ ਹੀ ਵਧੀਆ ਚੱਲਦਾ ਹੈ, ਔਰ ਜਦੋਂ ਅਸੀਂ ਹਾਰ ਜਾਂਦੇ ਆ ਤਾਂ ਅਸੀਂ ਉਹ ਆਪਣੇ ਜਿਹੜੇ ਇਲਜ਼ਾਮਾਂ ਦੀ ਝੜੀ ਲਗਾ ਦਿੰਦੇ ਆ। ਇੱਕ ਇਮੀਡੀਏਟ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਪਾਰਟੀ ਵੱਲੋਂ, ਔਰ ਉਹਦੇ ਵਿੱਚ EVM ਮਸ਼ੀਨਾਂ ਨਾਲ ਛੇੜਛਾੜ ਕਹਿ ਲਓ ਜਾਂ ਉਹਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕਹਿ ਲਓ, ਸਾਰੀ ਦੀ ਸਾਰੀ ਚੀਜ਼ ਨੂੰ ਅਸੀਂ ਇੱਕ ਇਲਜ਼ਾਮਾਂ ਦੇ ਵਿੱਚ ਢਾਲ ਦਿੰਦੇ ਆ। ਪਰ ਕਿਤੇ ਨਾ ਕਿਤੇ ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਜ਼ਰੂਰ ਦੱਸਣਾ ਚਾਹੂੰਗਾ ਕਿ EVM ਮਸ਼ੀਨ ਇੱਕ ਐਸਾ ਪ੍ਰੋਡਕਟ ਹੈ ਜਿਹਦੇ ਵਿੱਚ ਕਿ ਤੁਸੀਂ ਇਸ ਵਿੱਚ ਮੈਂ ਨਾ ਤਾਂ ਕਿਸੇ ਪਾਰਟੀ ਦੀ ਤਰਫਦਾਰੀ ਕਰਨ ਜਾ ਰਿਹਾ ਔਰ ਨਾ ਹੀ ਕਿਸੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਮੈਂ ਕੋਈ ਤੁਸੀਂ ਕਹ ਲਓ ਕਿ ਕੁਐਸਚਨ ਮਾਰਕ ਖੜਾ ਕਰ ਰਿਹਾ। EVM ਮਸ਼ੀਨ ਦੇ ਵਿੱਚ ਇੱਕ ਐਸਾ ਡਿਵਾਈਸ ਹੁੰਦਾ ਹੈ EVM ਮਸ਼ੀਨ ਜਿਹਦੇ ਵਿੱਚ ਇੱਕ ਡਿਸਪਲੇ ਯੂਨਿਟ ਹੁੰਦਾ ਜਿਹਦੇ ਨਾਲ ਕਿ ਕਦੀ ਵੀ ਤੁਸੀਂ ਉਸਦੇ ਸੌਫਟਵੇਅਰ ਨੂੰ ਖੋਲ ਕੇ, ਈਵਨ ਕਿ ਖੋਲਣਾ ਉਹਨੂੰ ਬਹੁਤ ਔਖਾ ਹੈ, ਬਟ ਉਸ ਨੂੰ ਖੋਲ ਕੇ ਉਹਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਬਟ ਉਹਦੇ ਵਿੱਚ ਇੱਕ ਛੋਟਾ ਜਿਹਾ ਅਗਰ ਤੁਸੀਂ ਸਰਕਟ ਬੋਰਡ ਦੇ ਵਿੱਚ ਤੁਸੀਂ ਬਲੂਟੁੱਥ ਡਿਵਾਈਸ ਵੀ ਲਗਾ ਲਓ। ਪਰ CP ਸਿੰਘ ਜੀ, ਜੋ ਐਗਜ਼ਾਮਪਲ ਦਿੱਤਾ ਜਾ ਰਿਹਾ ਵਾ BMC ਦਾ, ਮਿਊਨਿਸਪਲ ਕਾਰਪੋਰੇਸ਼ਨ ਦੀ 29 ਵੋਟਾਂ ਉਹਨਾਂ ਦੀ ਆਪਣੀ ਫੈਮਿਲੀ ਦੀ ਵੋਟਾਂ ਸੀ, ਇੱਕ ਵੀ ਵੋਟ ਨਹੀਂ ਨਿਕਲੀ, ਕਿੱਦਾਂ ਤੁਸੀਂ ਉਹਨੂੰ ਬਿਲਕੁਲ ਹੀ ਰੱਦ ਕਰੋਗੇ? ਨਹੀਂ, ਮੈਂ ਰੱਦ ਨਹੀਂ ਕਰ ਰਿਹਾ ਉਸਨੂੰ, ਮੈਂ ਉਹਦੇ ਸਿਸਟਮ ਦੇ ਵਿੱਚ ਗੱਲ ਕਰ ਰਿਹਾ ਸੀ। ਬਿਲਕੁਲ ਠੀਕ ਹੈ, ਤੁਸੀਂ ਦੇਖੋ ਤੁਸੀਂ ਇੱਕ ਫੈਮਿਲੀ ਦੇ ਵਿੱਚ ਅਗਰ 30 ਜਾਂ 40 ਵੋਟਾਂ ਨੇ, ਬਟ ਇੱਥੇ ਹਰਪ੍ਰੀਤ ਜੀ ਇੱਕ ਚੀਜ਼ ਹੋਰ ਆ ਜਾਂਦੀ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਉਹ 0 ਵੋਟਾਂ ਨਹੀਂ ਪਈਆਂ, ਉਹਨੂੰ ਕੁਝ ਵੋਟਾਂ ਜ਼ਰੂਰ ਪਈਆਂ ਸੀਗੀਆਂ, ਮੇਰੇ ਹਿਸਾਬ ਨਾਲ 3 ਜਾਂ 4 ਵੋਟਾਂ ਉਹਨੂੰ ਕਾਸਟ ਹੋਈਆਂ ਸੀਗੀਆਂ। ਸੋ ਕਿਤੇ ਨਾ ਕਿਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਪਾਰਟਿਕੂਲਰ ਪਾਰਟੀ ਵਾਸਤੇ ਜਾਂ ਇੱਕ ਪਾਰਟਿਕੂਲਰ ਤੁਸੀਂ ਕਹ ਲਓ ਕਿ ਚੁਣਾਵ ਚਿੰਨ੍ਹ ਨੂੰ ਹੀ ਪ੍ਰੈਸ ਕਰਦੀ ਹੋਵੇ VOTING ਮਸ਼ੀਨ। ਏਦਾਂ ਦੇ ਇਲਜ਼ਾਮ ਜਿਹੜੇ ਲਗਾਣੇ ਜਾਂ ਉਸਨੂੰ ਤੁਸੀਂ ਕਹ ਲਓ ਕਿ ਹਵਾਈ ਉਹਦੇ ਫਾਇਰ ਬਣਾ ਕੇ ਪੇਸ਼ ਕਰਨਾ ਲੋਕਾਂ ਨੂੰ, ਉਹ ਗਲਤ ਹੋ ਜਾਂਦਾ ਹੈ। ਨੋ ਡਾਊਟ ਕਿਤੇ ਨਾ ਕਿਤੇ ਇਹ ਚੀਜ਼ ਡਾਊਟ ਦੇ ਵਿੱਚ, ਘੇਰੇ ਦੇ ਵਿੱਚ ਜ਼ਰੂਰ ਆਉਂਦੀ ਹੈ, ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਹੋ ਸਕਦਾ ਹੈ ਉਸ ਫੈਮਿਲੀ ਦੇ ਵਿੱਚੋਂ ਸਿਰਫ 4 ਮੈਂਬਰ ਤੁਹਾਡੇ ਆਪਣੇ ਹੋਣ ਜਿਹਨੇ ਤੁਹਾਨੂੰ ਵੋਟਾਂ ਪਾਈਆਂ ਹੋਣ, ਬਾਕੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਤੇ ਰਿਲਾਈ ਕਰ ਸਕੋ। ਸੋ EVM ਮਸ਼ੀਨ ਤੇ ਕੁਐਸਚਨ ਖੜੇ ਕਰਨ ਤੋਂ ਪਹਿਲਾਂ ਉਸ ਨੂੰ ਇਨਕੁਆਇਰ ਕਰ ਲੈਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਸਿਸਟਮ ਹੈ ਉਹ ਮੈਂ ਜੋ ਮੰਨਦਾ, ਬਾਕੀ ਮੇਰੇ ਨਾਲ ਸਹਿਮਤ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ, ਬਟ ਇਲੈਕਸ਼ਨ ਕਮਿਸ਼ਨ ਦਾ ਜੋ ਪੂਰਾ ਪ੍ਰੋਸੀਜਰ ਚੱਲਿਆ ਇਸ ਵਾਰ ਇਲੈਕਸ਼ਨ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਫੇਅਰ ਸੀਗਾ। ਤੁਸੀਂ ਦੇਖੋ ਕਿ ਸੁਰੱਖਿਆ ਨੂੰ ਲੈ ਕੇ ਵੀ ਕਈਆਂ ਨੇ ਸਵਾਲ ਚੱਕੇ, ਲੇਕਿਨ ਸੁਰੱਖਿਆ ਬਹੁਤ ਜ਼ਿਆਦਾ
ਕੜੀ ਸੀਗੀ ਇਲੈਕਸ਼ਨ VOTING ਮਸ਼ੀਨ ਦੇ ਵਿੱਚ ਜੇ ਕਿਸੇ ਨੇ ਕੋਈ ਹੇਰ-ਫੇਰ ਕਰਨੀ ਵੀ ਹੈ ਜਾਂ ਕੁਝ ਇਦਾਂ ਦਾ ਡਿਵਾਈਸ ਲਗਾਉਣਾ ਵੀ ਹੈ ਤਾਂ ਉਹ ਇਲੈਕਸ਼ਨ ਤੋਂ ਪਹਿਲਾਂ ਪੋਸੀਬਲ ਹੋ ਸਕਦਾ ਹੈ ਲੇਕਿਨ ਉਦੋਂ ਵੀ ਉਹ ਜਿਹੜੀਆਂ VOTING ਮਸ਼ੀਨਸ ਹੁੰਦੀਆਂ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਪ੍ਰੀਜ਼ਰਵ ਕਰਕੇ ਰੱਖੀਆਂ ਜਾਂਦੀਆਂ ਸੋ ਇਹਦੀ ਪੋਸਿਬਿਲਿਟੀ 90% ਨਹੀਂ ਹੁੰਦੀ 10% ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ 10% ਸਾਡੀ ਦੇਖੋ ਪੋਲਿਟੀਕਲ ਸਿਨੈਰੀਓ ਦੇ ਵਿੱਚ ਕਿਸੇ ਦਾ ਵੀ ਕੋਈ ਇਨਫਲੂਐਂਸ ਹੈ ਜਿਹੜਾ ਉਹ ਬਣ ਜਾਂਦਾ ਹੈ ਔਰ ਇਨਫਲੂਐਂਸ ਦੇ ਵਿੱਚ ਆ ਕੇ ਕੀ ਹੋ ਜਾਂਦਾ ਹੈ ਮੈਂ ਉਹਦੇ ਤੇ ਕੋਈ ਗੱਲਬਾਤ ਨਹੀਂ ਕਰੂੰਗਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਇਸ ਵਾਰ ਪ੍ਰੋਸੀਜਰ ਸੀਗਾ ਬਹੁਤ ਹੀ ਜ਼ਿਆਦਾ ਫੇਅਰ ਸੀਗਾ ਸੋ VOTING ਮਸ਼ੀਨ ਜਦੋਂ ਬਣਾਈ ਜਾਂਦੀ ਹੈ ਹਰਪ੍ਰੀਤ ਜੀ ਈਵਨ ਕਿ ਤੁਸੀਂ ਦੇਖੋ ਬਣਾਉਣ ਦੀ ਗੱਲ ਮੈਂ ਬਾਅਦ ਚ ਕਰੂੰਗਾ ਕੁਝ ਕੰਟਰੀ ਐਸੇ ਨੇ ਜਿਵੇਂ ਨਾਈਜੀਰੀਆ ਹੋ ਗਿਆ ਇਦਾਂ ਦੇ ਹੋਰ ਵੀ ਕਈ ਕੰਟਰੀ ਹੈ ਜਿਨ੍ਹਾਂ ਨੇ EVM ਮਸ਼ੀਨ ਦੇ ਉੱਪਰ ਬੈਨ ਲਗਾਇਆ ਹੋਇਆ ਉਹ ਬੈਲਟ ਪੇਪਰ ਦੇ ਨਾਲ ਕਰਦੇ ਨੇ ਕਿਉਂਕਿ ਉੱਥੇ ਵੀ ਇਦਾਂ ਦੇ ਕੁਐਸਚਨ ਖੜੇ ਹੋਏ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਉਸ ਦੀ ਆਥੈਂਟਿਸਿਟੀ ਦੇ ਉੱਪਰ ਸ਼ੱਕ ਹੋਇਆ ਔਰ ਉਹਨਾਂ ਨੇ ਉਹ EVM ਮਸ਼ੀਨਸ ਬੰਦ ਕਰ ਦਿੱਤੀਆਂ ਸੋ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਜਦੋਂ ਇਹ ਲਾਗੂ ਹੋਈ ਸੀ ਚੀਜ਼ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਫੇਅਰ ਚੱਲ ਰਹੀ ਹੈ ਤੁਸੀਂ ਦੇਖੋ ਜੇ ਬੀਜੇਪੀ ਨੇ ਇਦਾਂ ਦਾ ਕੰਮ ਕਰਨਾ ਹੁੰਦਾ ਤਾਂ ਬਾਕੀ ਸਟੇਟ ਦੇ ਵਿੱਚ ਉਹਨਾਂ ਨੂੰ ਕੰਪੈਰੀਟਿਵਲੀ ਘੱਟ ਸੀਟਾਂ ਕਿਉਂ ਮਿਲਦੀਆਂ ਸੋ ਕਿਤੇ ਨਾ ਕਿਤੇ ਦੋਨੋਂ ਪਾਸੇ ਕੁਐਸਚਨ ਖੜੇ ਹੁੰਦੇ ਨੇ ਬਟ ਇਸ ਚੀਜ਼ ਦੀ ਜੇ ਤੁਸੀਂ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਬੈਲਟ ਪੇਪਰ ਯੂਜ਼ ਕੀਤੇ ਜਾਣ EVM ਤੇ ਉਹਨਾਂ ਨੂੰ ਯਕੀਨ ਨਹੀਂ ਹੈ ਲੇਕਿਨ ਜਦੋਂ ਉਹ ਜਿੱਤ ਕੇ ਆਏ ਸੀ ਉਦੋਂ ਤਾਂ ਇਦਾਂ ਦੇ ਕੁਐਸਚਨ ਕੋਈ ਖੜੇ ਨਹੀਂ ਹੋਏ ਸੀ ਸੋ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਬਚਾਉਣ ਲਈ EVM ਦੇ ਉੱਪਰ ਦੋਸ਼ ਮੜ ਰਹੇ ਹਾਂ ਜਿਹੜੀ ਕਿ ਅਲਟੀਮੇਟਲੀ ਇਹ ਚੀਜ਼ ਗਲਤ ਹੈ ਬਾਕੀ ਰਹੀ ਗੱਲ EVM ਮਸ਼ੀਨ ਨਾਲ ਛੇੜਛਾੜ ਕਰਨ ਦੀ ਇਲੈਕਟ੍ਰੋਨਿਕ ਟੋਕਣਾ ਚਾਹੂੰਗਾ ਸੀਪੀ ਸਿੰਘ ਜੀ ਤੁਹਾਨੂੰ ਇੱਕ ਵਾਰੀ ਟੋਕਣਾ ਚਾਹੂੰਗਾ ਸੀਪੀ ਸਿੰਘ ਜੀ ਮੇਰੇ ਨਾਲ ਦਿੱਲੀ ਤੋਂ ਕਰਨਲ ਦਵਿੰਦਰ ਸ਼ਰਾਵਤ ਜੀ जुड़ चुके हैं कर्नल साहब स्वागत है शो में सर हेलो जी गुड मॉर्निंग हाउ आर यू we are all good sir thank you for coming in a very short notice sir थोड़ी सी दिल्ली MCD इलेक्शन के बारे में बात कर रहे थे सबसे पहले जो आम आदमी पार्टी की पंजाब में हार हुई है जो पंजाब में रिजल्ट आए हैं उसके बारे में आपके विचार जानना चाहता हूं आपके हिसाब से किसका कसूर रहा है जो भी आम आदमी पार्टी का प्रदर्शन हुआ है और आप इस रिजल्ट से संतुष्ट हैं या नहीं संतुष्ट हैं देखिए मैं जो है आई हैड गॉन टू पंजाब एंड आम आदमी पार्टी में जो कमियां थी जो मिस्टेक्स कर रहे थे जो टिकटों में जो पैसे वगैरह की रिपोर्ट आई थी और जो वुमेन वगैरह के साथ हमारे मामले आए थे उन पर मैंने बातें करी थी तो वही हुआ लोकल लीडर को साथ में नहीं लिया दो चार लोग दिल्ली से जो है पार्टी को पूरे पंजाब को चलाना चाह रहे थे वी वेस्टेड लॉट ऑफ गुड ह्यूमन रिसोर्सेस वी हैड मिस्टर छोटेपुर विद अस सिद्धू वाज कमिंग टू अस मिस्टर IPS किंगरा वाज फॉरेस्ट सर्विस ऑफिसर तो ये सब लोग पंजाब के जो थे ओरिजिनल जो पंजाबी लोग उनको हमने वैल्यू नहीं किया तो जो है पंजाब को वो अच्छा नहीं लगा लोगों को अच्छा नहीं लगा वो बात नीचे तक चली गई कि ये लोग तो कोटरी जो है 3-4 लोग चलाना चाहते हैं पंजाब को रिमोट कंट्रोल से एंड वी लॉस्ट द कॉन्फिडेंस ऑफ द पीपल कसूर किसका लगता है आपको सर ये कसूर जो है जो लोग 3-4 हैं अरविंद केजरीवाल जी के साथ में और मिस्टर केजरीवाल ऑल्सो आफ्टर दिल्ली में जो 67 की जो मेजॉरिटी मिली तो उसके बाद जो है घमंड ज्यादा हो गया और जो बंदों की जो वैल्यू करनी है लोकल लीडरशिप की वो उनको जो है समझ में नहीं आई कांग्रेस ने कैप्टन अमरिंदर के ऊपर विश्वास करके चुनाव लड़ाया राहुल गांधी के ऊपर ज्यादा नहीं जोर डाला तो जो है पंजाब में कैप्टन अमरिंदर सिंह को चुना है तो लोकल लोग अपने बंदे को चुनते अपने लीडर को चुनते हैं तो वो केजरीवाल वहां मार खा गए उन्होंने सोचा कि मेरे चेहरे पर जो है वो तो सामान पैक करके खुद वहां जाने को तैयार बैठे थे तो ये गलत जो है इनको धारणा है कि इस देश में ऐसे चलता है ऐसे नहीं चलता यहाँ पर लोग जो है दे वांट देयर ओन लीडर जो हु स्पीक्स अपनी जो है नाल जो है रहता हो अपनी भाषा जो बोलता हो दैट पर्सन दे वांट कर्नल साहब एक तरफ अब देखें तो MCD इलेक्शंस भी काफी जल्दी आ रही हैं चोन जाब्ता भी लग चुका है और दूसरी तरफ जो कल खबर आ रही थी कि आम आदमी पार्टी और इवन की कांग्रेस के जो लीडर हैं अजय माकन साहब उन दोनों द्वारा कहीं ना कहीं EVM मशीन पे ना यूज करने पे जोर दिया गया और बैलेट पेपर यूज करने के बारे में इलेक्शन कमीशन से रिक्वेस्ट की गई है इवन दो इलेक्शन कमीशन ने कहीं ना कहीं इस रिक्वेस्ट को मानने से इनकार कर दिया है पर EVM मशीन पे शक करना आपके विचार देखिए जो है
आई एग्री कि जो है यूरोप में, जापान में, बहुत सारी कंट्रीज में ईवीएम को अब जो है मैनिपुलेशन की पॉसिबिलिटी को लेकर जो है डिस्पेंस कर दिया, उसको हटा दिया है। एंड दैट स्टेप शुड बी टेकन, या फिर जो है एक जो है ट्रेन निकलना चाहिए, जब वोट करी तो उस टाइम पे प्रिंट आउट निकले जिसका कि जो रिकॉर्ड रखा जाए बॉक्स में, बाद में अगर कहीं पर डाउट होता तो काउंटिंग हो सके। लेकिन आम आदमी पार्टी के लिए 67 आए थे, तो उस टाइम पे तो हमने नहीं कहा कि जो है ईवीएम में कुछ गड़बड़ है। सो वंस यू गेट डिफीटेड तो वी शुड नॉट पॉइंट फिंगर समवेयर एल्स, वो मिस्टेक अपनी खुद की देखनी चाहिए rather than pointing faults at the system, which serves no purpose, उसका कोई फायदा नहीं है। तो anyway, बस ईवीएम एक ऐसा इशू है ग्लोबली जिसको कि लोग हटा रहे हैं और मैनिपुलेशन को देखते हुए, और वापस बैलेट पेपर पे आ रहे हैं, या इसका एक जो है इसमें से प्रिंट आउट निकले जिसमें कि बंदा देखे मैंने जो वोट दी थी उसमें गई या नहीं गई, और वो रिकॉर्ड में रहे, और बाद में अगर जो काउंटिंग करनी है तो रिकाउंटिंग हो सके उसकी। अगर दिल्ली एमसीडी की इलेक्शन की बात करें सर, क्या आप मेरी इस बात से सहमत होंगे कि आम आदमी पार्टी की गवर्नमेंट का रियल टेस्ट दिल्ली एमसीडी इलेक्शन में होगा और डू और डाई इलेक्शन है अरविंद केजरीवाल एंड टीम के लिए? हाँ, जो एमसीडी इलेक्शन है वो सचमुच में आम आदमी पार्टी के लिए एक टेस्ट है, और आम आदमी पार्टी जो फॉर्म हुई थी जिन प्रिंसिपल्स को लेकर, जिन जो है हाई वैल्यूज को लेकर, जो सिद्धांत लेकर जो है ये पार्टी जनता ने बनाई थी, उसमें ये पार्टी कितनी सक्सेसफुल रही है। पंजाब इलेक्शंस में बड़ा हाई प्रोफाइल एनआरआई जो है पार्टिसिपेशन था, उन सब की बड़ी हाई एक्सपेक्टेशंस थी। जो है ओवरसीज के बहुत सारे लोग जो है आम आदमी पार्टी से बड़े प्रभावित हुए थे, दे वर वेरी इम्प्रेस्ड, but what is the reality is now coming out in the open। मैं openly जो है पार्टी में ये बताता रहा हूँ जो है अगर you don't measure up to the people's expectation, आपने जो जनता को वादे करे हैं अगर सिर्फ गल्ला ही करती रहना है तो फिर जो है फिर लोगों ने चित्तर मारने हैं, क्योंकि आजकल जो लोग बड़े इम्पेशेंट हैं, दे वांट रिजल्ट, एंड टुडे सोशल मीडिया और फोन के माध्यम से people get to see everything कि आप कर क्या रहे हो, बोल क्या रहे हो और कर क्या रहे हो। तो जो है तो work has to be visible on the ground, so therefore it is a test for the Aam Aadmi Party। Colonel Sahab, myself Prameet here from Chandigarh. I would like to ask one question from you. Yes please। कन्ना साहब, आप दिल्ली में बैठे हैं, आप दिल्ली की जो पॉलिटिकल सिनेरियोस को देख रहे हैं। मेरा एक ऐसा मानना है कि आम आदमी पार्टी जब से यहाँ पे गवर्नमेंट में आई है, पावर में आई है, तो वो सिर्फ एक ही ब्लेम करते रहे हैं कि रमेश जी, आई थिंक शायद कोई ऑडियो इशू आ रहा है। कर्नल साहब, स्वराज इंडिया कर्नल साहब जो कि एमसीडी इलेक्शन में हिस्सा ले रही है, लगभग हम कह सकते हैं कि पैरेलल एजेंडा या पैरेलल आइडियोलॉजी आम आदमी पार्टी के स्वराज इंडिया खड़ी है। क्या आपको लगता है कि स्वराज इंडिया से आम आदमी पार्टी को नुकसान पहुंचेगा? हाँ, स्वराज इंडिया जो है उसमें काफी सारे जो आम आदमी पार्टी के वॉलंटियर्स हैं जो कि अनहैप्पी हैं, डिससैटिस्फाइड हैं, वो स्वराज इंडिया में है, और उससे जरूर कुछ इम्पैक्ट पड़ेगा। और इस चुनाव में जो है कांग्रेस इम्प्रूव करेगी, कांग्रेस का वोट बैंक वापस कुछ इम्प्रूव करेगा दिल्ली में, और बीजेपी ने ये चुनाव जल्दी इसीलिए करवाया है क्योंकि जो यूपी में उनको गेन्स हुए थे, उस वेट का वो जो है फायदा यहाँ दिल्ली के लोगों के बीच में अपना वो रिजल्ट शोकेस करके उठा सके। सो दैट इज हाउ इट इज गोइंग टू बी। आपने अभी बोला कांग्रेस इंप्रूव करेगी, तो अगर कांग्रेस इंप्रूव करने की बात करूं तो डू यू गिव, आई मीन, आप क्या शीला दीक्षित को क्रेडिट देते हैं, शीला दीक्षित की तरफ देख रहे हैं? शीला दीक्षित हो या अजय माकन, जो अभी उनके जो यंग जो उनको भी एक एनर्जेटिक और डायनामिक लीडर के रूप में देखा जाता है, एंड शीला दीक्षित ने जो काम किया था उसको भी जो है लोग अब अच्छा रेट करते हैं। बट जो फ्लाईओवर्स और सीएनजी और पोल्यूशन के, और तो शी हैड डन हर टेन्योर इज नाउ सीन एज अ गुड contribution in Delhi,
एंड रियलिस्टिकली लोग जो है जब कोई सामने रहता है तो फिर पीछे वाले को और ज्यादा सिंपथेटिकली उसके प्रोसेस उसके वर्क को इवैल्यूएट करते हैं। तो ऑल्दो शीला दीक्षित जो है काफी बुरी तरह से हार कर आउट थी पावर से, लेकिन आज जो है उसको उस टर्म को काफी पॉजिटिवली देखा जाता है उनकी कंट्रीब्यूशन को। कर्नल साहब, प्रमित हियर अगेन, मेरी कॉल ड्रॉप हो गई। वुड लाइक टू कंटिन्यू माय क्वेश्चन। आप दिल्ली में बैठे हैं, आप दिल्ली की जो पॉलिटिक्स है उस पे निगाह बना के बैठे हुए हैं। आम आदमी पार्टी को भी आप बहुत अच्छे से देख रहे हैं, कांग्रेस और बीजेपी को भी देख रहे हैं। आम आदमी पार्टी जब से दिल्ली में पावर में आई है, ये लोग सिर्फ एक चीज कहते रहे हैं कि नरेंद्र मोदी हमें काम नहीं करने दे रहे हैं, सेंट्रल गवर्नमेंट हमें काम नहीं करने दे रहे हैं, हमारे पास पूरी पावर्स नहीं है, होम मिनिस्ट्री हमारे पास नहीं है। तो ये चीज का प्रोपेगेंडा या ये चीज का ब्लेम ये पिछले 2-2.5 साल से करते आ रहे हैं। तो कहीं ना कहीं एमसीडी इलेक्शंस में वोटर के दिमाग में ये चीज आ सकती है कि क्योंकि केजरीवाल साहब तो ऑल द टाइम यही एक एक्सक्यूज देते हैं कि गवर्नमेंट हमें काम नहीं करने दे रही, सो लेट्स वोट फॉर द बीजेपी सो दैट सेंटर में भी इनकी गवर्नमेंट है, यहाँ भी इनकी गवर्नमेंट रहेगी तो हमारे काम आसानी से हो जाएंगे। ऐसा कुछ सिनेरियो वोटर के दिमाग में बन सकता है आने वाले दिनों में? हाँ जी, देखिए ऐसा है ना, जो मिस्टर केजरीवाल है उनसे पहले भी जो है 4 चीफ मिनिस्टर रह चुके हैं। शीला दीक्षित थी, मदन लाल खुराना थे, सुषमा स्वराज जी थी। तो जो है ये चीफ मिनिस्टर भी इसी एनसीटी एक्ट में ही इन्होंने काम किया है, एंड दे हैव आल्सो वर्कड अंडर सेंट्रल गवर्नमेंट विच इज डिफरेंट। तो अदर पार्टी सेंट्रल गवर्नमेंट के अंडर भी काम किया है। तो ये मिस्टर केजरीवाल को अपना स्टाइल चेंज करना पड़ेगा और प्राइम मिनिस्टर के साथ कंसल्टेशन करके दिल्ली गवर्नमेंट जो है अपने आप को बेवकूफ जो है बना रही है। जनता को नहीं पसंद जो कि कंसल्टेशन करे। पीपल वांट डेवलपमेंट। तो इससे बहुत नुकसान होगा, बिकॉज मिस्टर मोदी इज वेरी पॉपुलर नाउ, ही इज प्रूव्ड इन इलेक्शंस। So Aam Aadmi Party will lose lot of support because of this attitude, जो कि वो उन्होंने शायद इसलिए करी थी कि वो अपने आप को मोदी जी के अगेंस्ट पिच कर रहे थे एज प्राइम मिनिस्टर। तो ये जो है डेट्रीमेंटल होगा ये पार्टी को, जो नीचे जाने का जो रिजल्ट आएगा अगर, तो उसमें ये कारण होगा कि जो इन्होंने कंसल्टेशन करी है और जो है वो तो ऐसी बात होगी जो है अभी 2-3 साल हुए हैं हमें हमारी पार्टी को बने हुए, और आप अभी से आप प्राइम मिनिस्टर बनने की एम्बिशन जनता के सामने रख रहे हो, तो जनता उसको रिजेक्ट कर देती है आउटराइटली। कर्नल साहब, आपने यूपी में मोदी साहब की जीत का जिक्र किया। आपके विचार जानना चाहूंगा कि आप मोदी साहब को जो कांग्रेस या समाजवादी पार्टी या फिर बहुजन समाजवादी पार्टी की तरफ से इल्जाम लाए जा रहे हैं कि बीजेपी कहीं ना कहीं पोलराइजेशन करने में कामयाब रही, क्या आप सहमत हैं या फिर जो मोदी साहब की नीतियां हैं कहीं ना कहीं यूपी के लोगों ने नीतियों से सहमत होकर वोटिंग करी है? देखिए जी, ये आज के दिन एक फैक्ट है कि जो मोदी जी है वो देश में टॉलेस्ट लीडर है। हाँ, और उनके बराबर के स्टेचर का कोई उनके सामने खड़े होने वाला कोई नेता भी नहीं इमर्ज करके आ रहा है। और जो उन्होंने काम करे हैं, दिल्ली की और देश की जनता जो मैंडेट देती है हमें उसको रिस्पेक्ट करना चाहिए। पीपल हैव सीन हिम एंड इट इज फॉर द परफॉर्मेंस ऑफ द गवर्नमेंट दैट दे हैव गॉट देयर वोट्स। हमने आम आदमी पार्टी में जब 67 हमें मिली थी तब हमने जो है उसको एंजॉय किया था। तो जब किसी और को मिलता है तो वी शुड हैव द हार्ट टू एक्सेप्ट कि इट इज हिज पॉलिसीज। एंड उन्होंने जो डीमोनेटाइजेशन किया है उसका टेस्ट पास हो गया, और जो बाकी वो जो टेररिज्म पर और बाकी चीजों पर जो सख्त रवैया अपना रहे हैं उसको भी शायद पीपल अप्रिशिएट कर रहे हैं। हालांकि मैं ये मानता हूँ कि जो है वो इतना ज्यादा अभी तक जमीन पे नहीं है जितना कि उसको शोकेस किया जा रहा है। और अभी बहुत स्कोप है इसको और सुधारने का। तो इट इज मोर मार्केटिंग देन एक्चुअल, बट देन उस लेवल पे कुछ भी करना बड़ा मुश्किल है। उन्होंने इतना किया है वही जानते होंगे, आफ्टर ऑल द प्राइम मिनिस्टर। तो हम उस लेवल पे उसको भी अप्रिशिएट भी नहीं कर सकते। जनता को अच्छा लगा, दैट इज व्हाई ही हैज गॉट द सपोर्ट। देवेंद्र जी, मेरे को याद है आपने पंजाब इलेक्शन से एक दिन पहले चंडीगढ़ में एक कॉन्फ्रेंस की थी जिसमें आपने आम आदमी पार्टी के एक एमएलए को भी साथ में रखा था।
तो उस स्ट्रेटजी का कितना इंपैक्ट पड़ा पंजाब में वो तो सबको पता है, लेकिन दिल्ली एमसीडी इलेक्शन में देवेंद्र कुमार शेरावत जी की क्या स्ट्रेटजी रहने वाली है, किस तरफ आप कैंपेनिंग करेंगे और किसको आप वहां पे एक्सपोज करेंगे? देखिए, मेरा मानना है मिस्टर केजरीवाल जो है जो उन्होंने प्रोमिस करे थे एज ए इंडिविजुअल, आम आदमी पार्टी एक बहुत अच्छा ड्रीम है, पूरी जनता की एम्बिशन है, उसमें बहुत सारी रिफाइनमेंट ऑफ पॉलिटिकल प्रोसेस आया है, लेकिन मिस्टर केजरीवाल जो है वो एक दूसरा आदमी बन गया है। जो आदमी इंडिया अगेंस्ट करप्शन के टाइम में आया था, जिसने कहा था मैं सिंपल लाइफ रहूंगा, जो कह रहा था मैं पर्सनल एडवांटेजेस नहीं लूंगा, वो बंदा नहीं है। उसकी फैमिली पूरी एडवांटेजेस ले रही है। his wife is traveling with unaccounted money, 1 करोड़ रुपए का समोसे और टी बिल आ रहा है। सो इट्स अ डिफरेंट पर्सन एंड वी आर नॉट फॉलोइंग जो चीजें हमने करी थी। और आज भी इंटरनल डेमोक्रेसी नहीं है पार्टी में। वेबसाइट पे जो डोनेशन है वो लिस्ट नहीं है, तो फाइनेंशियली जो है वी आर नॉट क्लीन। तो बहुत सारे इश्यूज है पार्टी में, बट एनीवे लेट अस सी, अगर पार्टी कुछ सुधरती है तो हम जो है पार्टी को आगे बढ़ाना चाहेंगे, नहीं तो फिर जनता फिर रिजल्ट खुद देगी। थैंक यू सर, थैंक यू देवेंद्र जी, आप हमारे साथ में शॉर्ट नोटिस पे जुड़े। थैंक यू सर, थैंक यू फॉर ज्वाइनिंग अस। थैंक यू जी। ਇਹ ਸਨ ਕਰਨਲ ਐਮਐਲਏ ਆਮ ਆਦਮੀ ਪਾਰਟੀ ਤੋਂ ਕਰਨਲ ਦਵਿੰਦਰ ਸ਼ਰਾਵਤ ਜੀ, ਜੋ ਕਿ ਆਪਣੇ ਵਿਚਾਰ ਦੇ ਰਹੇ ਸੀ। ਵਾਪਸ ਅਸੀਂ ਜੋ ਗੱਲ ਕਰ ਰਹੇ ਸੀ ਈਵੀਐਮ ਮਸ਼ੀਨ ਅਤੇ ਜੋ ਇਲਜ਼ਾਮ ਲਾਏ ਜਾ ਰਹੇ ਨੇ ਬੈਲਟ ਪੇਪਰ ਯੂਜ਼ ਕਰਨ ਤੇ, ਸਬਦੀਪ ਜੀ ਤੇ ਅਜੀਤ ਤੇ ਹੋਣਾ ਚਾਹੂੰਗਾ, ਜਿੱਦਾਂ ਕਰਨਲ ਸਾਹਿਬ ਨੇ ਵਿਚਾਰ ਦਿੱਤੇ ਕਿ ਕੁਝ ਦੇਸ਼ਾਂ ਵਿੱਚ ਈਵੀਐਮ ਮਸ਼ੀਨਾਂ ਤੋਂ ਵਾਪਸ ਬੈਲਟ ਪੇਪਰ ਵੱਲ ਰੁਖ ਕੀਤਾ ਗਿਆ ਵਾ, ਕਿਉਂਕਿ ਕਿਤੇ ਨਾ ਕਿਤੇ ਜੋ ਟੈਂਪਰਿੰਗ ਦੇ ਕੰਪਲੇਂਟਸ ਆ ਰਹੀ ਆ ਉਤੋਂ ਜੋ ਭੁਗਤਣ ਵਾਸਤੇ ਇਹਨਾਂ ਦੇਸ਼ਾਂ ਨੇ ਇਹ ਸਟੈਂਪ ਲਏ ਨੇ। ਪਰ ਨਾਲ ਹੀ ਉਹਨਾਂ ਨੇ ਇੱਕ ਸੋਲੂਸ਼ਨ ਵੀ ਦੱਸਿਆ ਜੋ ਕਿ ਪੰਜਾਬ ਵਿੱਚ ਵੀ ਇਸਤੇਮਾਲ ਕੀਤਾ ਗਿਆ ਸੀ। ਹਾਂ, ਪੂਰੀਆਂ 117 ਕਨਸਟੀਟੂਐਂਸੀ ਵਿੱਚ ਨਹੀਂ ਇਸਤੇਮਾਲ ਕੀਤਾ ਗਿਆ ਸੀ, ਪਰ ਲਗਭਗ ਆਈ ਥਿੰਕ 33-34 ਕਨਸਟੀਟੂਐਂਸੀ ਵਿੱਚ ਇਸਤੇਮਾਲ ਕੀਤਾ ਗਿਆ ਸੀ, ਜਿੱਥੇ ਕਿ ਜਦੋਂ ਵੋਟਰ ਵੋਟ ਪਾਉਂਦਾ ਵਾ ਨਾਲ ਪ੍ਰਿੰਟ ਆਊਟ ਵੀ ਨਿਕਲਦਾ ਵਾ। ਤੁਹਾਡੇ ਦੋਵਾਂ ਦੇ ਵਿਚਾਰ ਜਾਨਣਾ ਚਾਹੂੰਗਾ ਕਿ ਭਾਰਤ ਨੂੰ, ਇੰਡੀਆ ਨੂੰ ਕਿਹੜੇ ਪਾਸੇ ਰੁਖ ਕਰਨਾ ਚਾਹੀਦਾ? ਦੇਖੋ ਅਰਵਿੰਦ ਜੀ, ਇਹ ਇੱਕ ਸਾਰਾ ਸਿਸਟਮ ਜਿਹੜਾ ਕ੍ਰੀਏਟ ਕੀਤਾ ਇਹ ਇੱਕਦਮ ਬਦਲ ਦੇਣਾ ਇੰਨਾ ਕਿਸੇ ਗਵਰਨਮੈਂਟ ਵਾਸਤੇ ਸੌਖਾ ਨਹੀਂ। ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ, ਗਵਰਨਮੈਂਟ ਨੂੰ ਕਿਹਾ ਜ਼ਰੂਰ ਹੈ, ਜਿਹੜੀਆਂ ਕੰਪਲੇਂਟਸ ਆਈਆਂ ਨੇ ਉਹਨਾਂ ਨੇ ਗਵਰਨਮੈਂਟ ਦੀ ਰਾਏ ਮੰਗੀ ਹੈ ਉਸ ਚੀਜ਼ ਤੇ ਵੀ ਦਿੱਲੀ ਐਮਸੀਡੀ ਦੀਆਂ ਚੋਣਾਂ ਕਿਵੇਂ ਕਰਵਾਉਣੀਆਂ ਨੇ। ਠੀਕ ਹੈ, ਗਵਰਨਮੈਂਟ ਡਿਸਾਈਡ ਕਰੇਗੀ ਕਿ ਉਹ ਕਿਵੇਂ ਕਰਾਉਣੀਆਂ ਨੇ, ਪਰ ਇੰਨੀ ਛੇਤੀ ਇਸ ਸਿਸਟਮ ਦੇ ਵਿੱਚ ਜੋ ਰਿਕੁਆਇਰਮੈਂਟਸ ਵੀ ਦਿੱਤੀਆਂ ਹੋਣਗੀਆਂ ਉਹਨਾਂ ਨੇ, ਜੇ ਸਿਸਟਮ ਬਦਲਣਾ ਹੈ ਉਹਦੇ ਵਿੱਚ ਉਹਦਾ ਪ੍ਰਬੰਧ ਕਰਨਾ ਜਿਹੜਾ ਹੈਗਾ ਐਡਾ ਸੌਖਾ ਨਹੀਂ ਹੋਏਗਾ। ਔਰ ਦੂਸਰੀ ਗੱਲ ਇਹ ਹੈ ਕਿ ਇਹ ਗੱਲਾਂ ਸਾਰੀਆਂ ਉਦੋਂ ਸ਼ੱਕੀ ਹੋ ਜਾਂਦੀਆਂ ਨੇ ਜਦੋਂ ਸਿਰਫ ਹਾਰਨ ਵੇਲੇ ਜਿਹੜਾ ਹੈਗਾ ਉਦੋਂ ਵਾਵੇਲਾ ਮਚਾਇਆ ਜਾਂਦਾ ਹੈ, ਜਿੱਤਣ ਵੇਲੇ ਨਹੀਂ ਮਚਾਇਆ ਜਾਂਦਾ। ਚਾਹੇ ਇਸ ਵਕਤ ਬੀਬੀ ਮਾਇਆਵਤੀ ਇਸ ਚੀਜ਼ ਬਾਰੇ ਕੋਈ ਕਹਿ ਰਹੇ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ, ਪਰ ਜਦੋਂ ਪਿਛਲੇ ਇਲੈਕਸ਼ਨ 'ਚ ਉਹਨਾਂ ਨੂੰ 80 ਸੀਟਾਂ ਮਿਲ ਗਈਆਂ ਸੀ, ਕੋਈ ਇਹੋ ਜਿਹਾ ਸਵਾਲ ਨਹੀਂ ਸੀ ਖੜਾ ਹੋਇਆ। ਤੇ ਜਦੋਂ 67 ਸੀਟਾਂ ਇਹਨਾਂ ਨੂੰ ਮਿਲੀਆਂ ਸੀ, ਇਲੈਕਸ਼ਨ ਹੁਣ ਵੋਟਾਂ ਪੈਣ ਤੋਂ ਪਹਿਲਾਂ ਮੁੱਦਾ ਚੱਕਿਆ ਜਾ ਰਿਹਾ ਹੈ। ਵੋਟਾਂ ਪੈਣ ਤੋਂ ਜਦੋਂ ਪਹਿਲਾਂ ਮੁੱਦਾ ਚੱਕਿਆ ਜਾਵੇ, ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਦੇਖਣਾ ਚਾਹੀਦਾ ਹੈ, ਬਜਾਏ ਕਿ ਰਿਜ਼ਲਟ ਆਉਣ ਤੋਂ ਬਾਅਦ ਜਦੋਂ ਮੁੱਦਾ ਸਾਹਮਣੇ ਲਿਆਂਦਾ ਜਾਵੇ। ਹਾਂ, ਦੇਖੋ ਜੇ ਇਹ ਸਿਸਟਮ ਲੱਗਦਾ ਹੈ ਕਿ ਫਾਲਟ ਹੈ ਤੇ ਸਾਰੀਆਂ ਪਾਰਟੀਆਂ ਇਹਦੇ ਬਾਰੇ ਬੈਠ ਕੇ ਡਿਸੀਜਨ ਕਰਨ, ਚੋਣਾਂ ਤੋਂ ਪਹਿਲਾਂ ਕਰਨ ਕਿ ਇਹ ਬਦਲਿਆ ਜਾਣਾ ਚਾਹੀਦਾ। ਪਰ ਇਨ ਬਿਟਵੀਨ ਨਾ ਤਾਂ ਇਹ ਬਦਲਿਆ ਜਾ ਸਕਦਾ। ਇੱਥੇ ਇੱਕ ਪੋਲਿਟਿਕਸ ਤੋਂ ਬਿਨਾ, ਇੱਕ ਆਪਣੀ ਫੇਸ ਸੇਵਿੰਗ ਕਰਨ ਤੋਂ ਬਿਨਾ ਕੁਝ ਨਹੀਂ। ਚਾਹੇ ਬੀਬੀ ਮਾਇਆਵਤੀ ਕਰ ਰਹੀ ਹੈ, ਚਾਹੇ ਇਹ ਆਪਾਂ ਇਹ ਕਹਿ ਲਓ ਵੀ ਆਮ ਆਦਮੀ ਪਾਰਟੀ ਪਹਿਲਾਂ ਹੀ ਗਰਾਊਂਡ ਤਿਆਰ ਕਰ ਰਹੀ ਹੈ। ਇਹ ਚੀਜ਼ਾਂ ਇਸ ਤਰ੍ਹਾਂ ਤਬਦੀਲੀ ਨਹੀਂ ਹੋ ਸਕਦੀ। ਨਾ ਹੀ ਈਵੀਐਮ ਜਿਹੜੀਆਂ ਹੈਗੀਆਂ ਰਾਤੋਂ ਰਾਤ ਲਾਗੂ ਹੋਈਆਂ ਸੀ ਤੇ ਨਾ ਹੀ ਈਵੀਐਮ ਰਾਤੋਂ ਰਾਤ ਹਟ ਸਕਦੀਆਂ ਨੇ। ਜਿਵੇਂ ਪੰਜਾਬ ਦੇ ਵੀ ਕੁਝ ਜਿਹੜਾ ਹੈਗਾ 22-28 ਜਗ੍ਹਾ ਦੇ ਉੱਤੇ ਉਹਨਾਂ ਨੇ ਉਹ ਪਰਚੀ ਨਿਕਲਣ ਵਾਲਾ ਡਿਵਾਈਸ ਲਾਇਆ ਸੀ, ਉਹਦੇ 'ਚ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ। ਉਹ ਪ੍ਰੋਸੈਸ ਛੋਟਾ, ਸੌਖਾ ਤੇ ਛੋਟਾ ਹੋ ਸਕਦਾ ਹੈ, ਪਰ ਸਿਸਟਮ ਬਦਲਿਆ ਨਹੀਂ ਜਾ ਸਕਦਾ। ਮੈਨੂੰ ਲੱਗਦਾ ਕਿ ਇੰਨੀ ਛੇਤੀ ਕਿ ਕਾਫੀ ਚੀਜ਼ਾਂ ਦੀ ਤਬਦੀਲੀ ਕਰਨੀ ਹੋਏਗੀ, ਪਰ ਇਹ ਤਾਂ ਹੋ ਸਕਦਾ ਜੇ ਸਾਰੀਆਂ ਪਾਰਟੀਆਂ ਯੂਨੈਨਿਮਸਲੀ ਇਹਦੇ ਵਾਸਤੇ ਬਿਨਾਂ ਚੋਣਾਂ ਤੋਂ ਗੱਲ ਕਰ, ਜਦੋਂ ਚੋਣਾਂ ਹੋ ਨਹੀਂ ਰਹੀਆਂ ਉਦੋਂ ਰਿਪਰੈਜ਼ੈਂਟ ਕਰਨ। ਉਦੋਂ ਗਵਰਨਮੈਂਟ ਕੋਲ ਟਾਈਮ ਹੋ ਸਕਦਾ, ਗਵਰਨਮੈਂਟ ਇਹਦੇ ਤੇ ਡਿਸੀਜਨ ਲੈ ਸਕਦੀ ਹੈ, ਪਾਰਟੀਆਂ ਦੇ ਵਿਚਾਰ ਲੈ ਸਕਦੀ ਹੈ, ਇਲੈਕਸ਼ਨ ਕਮਿਸ਼ਨ ਨਾਲ ਡਿਸਕਸ਼ਨਸ ਹੋ ਸਕਦੇ ਨੇ। ਜੀ ਸਬਦੀਸ਼ ਜੀ। ਹਰਪ੍ਰੀਤ ਜੀ, VOTING ਕਿਵੇਂ ਹੋਵੇ ਇਹ ਗੱਲ ਸਰਕਾਰ ਨੇ ਤੈਅ ਨਹੀਂ ਕਰਨੀ। ਹੋ ਸਕਦਾ ਜੀ ਵੇਗ ਦੇ ਵਿੱਚ ਆ ਕੇ ਇਸ ਤਰੀਕੇ ਦੀ ਗੱਲ ਕਰਕੇ ਹੁਣ
ਇਹ ਤੇ ਤੈਅ ਕਰਨਾ ਇਲੈਕਸ਼ਨ ਕਮਿਸ਼ਨ ਨੇ ਕਿ VOTING ਬੈਲਟ ਨਾਲ ਹੋਏਗੀ ਕਿ EVM ਮਸ਼ੀਨਾਂ ਦੇ ਨਾਲ ਹੋਏਗੀ। ਇਹ ਤੈਅ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਇਸ ਕਰਕੇ ਹੈ ਕਿ ਉਹਨਾਂ ਨੇ ਗਵਰਨਮੈਂਟ ਨੂੰ ਕਿਹਾ ਕਿ ਜੇ ਤੁਸੀਂ ਸਿਸਟਮ ਚੇਂਜ ਕਰਦੇ ਆ ਅਸੀਂ ਤਾਂ ਸਾਨੂੰ ਇਹ ਰਿਕੁਆਇਰਮੈਂਟ ਹੋਏ ਚਾਹੇਗੀ। ਹੁਣ ਤੁਸੀਂ ਦੱਸੋ ਕਿ ਦੂਜੀ ਰਿਕੁਆਇਰਮੈਂਟ ਸਾਨੂੰ ਇੰਨੀ ਜਲਦੀ ਬੈਲਟ ਪੇਪਰ ਕਰਨ ਦੀ ਹੋਰ ਕਰਕੇ ਦੇ ਸਕਦੇ ਹੋ, ਉਹ ਸਾਰਾ ਕੁਝ ਪ੍ਰੋਵਾਈਡ ਕਰ ਸਕਦੇ ਹੋ, ਦੈਨ ਗਵਰਨਮੈਂਟ ਨੇ ਹਾਂ ਨਾ ਦੇਣੀ ਆ। ਸਰ ਜੀ ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਕਿਸੇ ਦੀ ਗੱਲ ਨੂੰ ਕੰਪਲੀਟ ਹੋਏ ਤੋਂ ਬਿਨਾਂ ਵਿੱਚ ਦਖਲ ਦਿੰਦੇ ਹੋ। ਗੱਲ ਮੈਂ ਇਹ ਬਿਲਕੁਲ ਨਹੀਂ ਸੀ ਕਹਿ ਰਿਹਾ, ਮੈਂ ਤੁਹਾਡੇ ਤੇ ਕੋਈ ਇਲਜ਼ਾਮ ਨਹੀਂ ਸੀ ਲਾ ਰਿਹਾ, ਮੈਂ ਸਿਰਫ ਗੱਲ ਨੂੰ ਕੰਪਲੀਟ ਕਰ ਰਿਹਾ ਸੀ। ਮੈਂ ਦੁਬਾਰਾ ਉੱਥੋਂ ਹੀ ਗੱਲ ਸ਼ੁਰੂ ਕਰਦਾ। ਜੀ ਲੇਕਿਨ ਸਬਦੀਸ਼ ਜੀ ਨੂੰ ਆਪਣੀ ਗੱਲ ਪੂਰੀ ਕਰਨ ਦਿਓ ਜੀ ਪਲੀਜ਼। ਸਬਦੀਸ਼ ਜੀ ਪਲੀਜ਼। ਮੈਂ ਅਜੀਤ ਜੀ ਇਹ ਕਹਿ ਰਿਹਾ ਸੀ ਕਿ VOTING ਕਿਵੇਂ ਹੋਣੀ ਹੈ ਇਹ ਤੈਅ ਇਲੈਕਸ਼ਨ ਕਮਿਸ਼ਨ ਕਰੇਗਾ, ਸਰਕਾਰ ਨਹੀਂ। VOTING ਮਸ਼ੀਨ ਦੇ ਨਾਲ ਬੈਲਟ ਪੇਪਰ ਵੀ ਪ੍ਰਿੰਟ ਹੋ ਕੇ ਬਾਹਰ ਆਵੇ, ਉਹਦੀ ਜੇ ਬੈਲਟ ਵਜੋਂ ਗਿਣਤੀ ਕਰਨੀ ਹੋਵੇ ਤਾਂ ਕੀਤੀ ਜਾ ਸਕੇ। ਇਹਦੇ ਲਈ ਜਿੰਨੇ ਸਾਧਨਾਂ ਦੀ ਜ਼ਰੂਰਤ ਹੈ ਉਹ ਸਰਕਾਰ ਮੁਹੱਈਆ ਕਰੇਗੀ। ਇਲੈਕਸ਼ਨ ਕਮਿਸ਼ਨ ਆਪਣੇ ਆਪ ਦੇ ਵਿੱਚ ਇੰਨਾ ਆਰਥਿਕ ਤੌਰ ਤੇ ਸਮਰੱਥ ਨਹੀਂ ਹੋ ਸਕਦਾ ਕਿ ਉਹ ਹਰ ਮਸ਼ੀਨ ਦੇ ਨਾਲ ਉਹ ਡਿਵਾਈਸ ਇਸਤੇਮਾਲ ਕਰ ਸਕੇ ਜਿਹਦੇ ਨਾਲ ਪ੍ਰਿੰਟ ਵੀ ਮਿਲ ਸਕੇ। ਮੈਂ ਗੱਲ ਇਹ ਕਹਿਣੀ ਚਾਹੁੰਦਾ ਸੀ, ਚਲੋ ਨੋ ਪ੍ਰੋਬਲਮ। ਹੁਣ ਇਸ ਕਰਕੇ ਮਸਲਾ ਤਾਂ ਇਹ ਹੈ ਕਿ ਫੌਰੀ ਤੌਰ ਦੇ ਉੱਤੇ ਜਦੋਂ ਇਹ ਚੋਣਾਂ ਹੋਣ ਜਾ ਰਹੀਆਂ, ਜੇ ਸਰਕਾਰ ਜਾਂ ਇੱਛਾ ਰੱਖਦੀ ਹੋਵੇ ਤਾਂ ਲਾਜ਼ਮੀ ਤੌਰ ਦੇ ਉੱਤੇ ਇਸ ਗੱਲ ਦੀ ਸੰਭਾਵਨਾ ਹੋ ਸਕਦੀ ਹੈ ਕਿ ਜਿਹੜੀਆਂ ਮਸ਼ੀਨਾਂ ਦਾ ਇਸਤੇਮਾਲ ਪੰਜਾਬ ਦੇ ਵਿੱਚ ਕੀਤਾ ਗਿਆ, ਜਿਹੜੀਆਂ ਡਿਵਾਈਸਿਸ ਦਾ ਇਸਤੇਮਾਲ ਪੰਜਾਬ ਦੇ ਵਿੱਚ ਕੀਤਾ ਗਿਆ, ਉਨੀਆਂ ਮਸ਼ੀਨਾਂ ਦਿੱਲੀ ਦੀ ਚੋਣ ਦੇ ਵਿੱਚ ਵੀ ਇਸਤੇਮਾਲ ਹੋ ਸਕਦੀਆਂ ਕਿ ਨਹੀਂ, ਇੰਨੀ ਗੱਲ ਦਾ ਜਾਇਜ਼ਾ ਜਿਹੜਾ ਚੋਣ ਕਮਿਸ਼ਨ ਲੈ ਸਕਦਾ ਹੈ। ਪਰ ਟੋਟਲ ਜਿਹੜੀ VOTING ਪੂਰੇ ਮੁਲਕ ਦੇ ਵਿੱਚ ਵਿਦ ਪ੍ਰਿੰਟਿੰਗ ਹੋਵੇ, ਉਹਦਾ ਫੈਸਲਾ, ਉਹਦੇ ਲਈ ਸਾਧਨ ਜਟਾਉਣੇ ਕੇਂਦਰ ਸਰਕਾਰ ਦਾ ਕੰਮ ਹੋਵੇਗਾ ਔਰ ਫੌਰੀ ਤੌਰ ਦੇ ਉੱਤੇ ਇਹ ਸੰਭਵ ਨਹੀਂ। ਇਸ ਕਰਕੇ ਅਸਲ ਮੁੱਦਾ ਇਹ ਨਹੀਂ ਹੈ ਕਿ VOTING ਕਿਵੇਂ ਹੋਵੇ, ਅਸਲ ਮੁੱਦਾ ਤਾਂ ਇਹ ਹੈ ਕਿ ਜਿਹੜੀ VOTING ਆ ਉਹ ਜ਼ਿਆਦਾ ਤੋਂ ਜ਼ਿਆਦਾ ਅਥੈਂਟਿਕ ਹੋਵੇ, ਜ਼ਿਆਦਾ ਤੋਂ ਜ਼ਿਆਦਾ ਐਸੀ ਹੋਵੇ ਜਿਹਦੇ ਉੱਤੇ ਘੱਟ ਤੋਂ ਘੱਟ ਸਵਾਲ ਉਠਾਏ ਜਾ ਸਕਣ। ਔਰ ਜਦੋਂ ਸਵਾਲ ਉਠਾਏ ਜਾਂਦੇ ਨੇ, ਉਹਨਾਂ ਸਵਾਲਾਂ ਨੂੰ ਉਠਾਉਣ ਵਾਲੇ ਕਿਸ ਮਨੋਦਸ਼ਾ ਦੇ ਨਾਲ ਸਵਾਲ ਉਠਾਉਂਦੇ ਨੇ, ਉਸ ਗੱਲ ਨੂੰ ਵੀ ਜ਼ਰੂਰ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵਾ। ਸਵਾਲ ਸਿਰਫ ਪੈਦਾ ਕਰਨਾ ਹੀ ਕਾਫੀ ਨਹੀਂ ਹੈ, ਤੁਹਾਨੂੰ ਉਸ ਸਵਾਲ ਦਾ ਇੱਕ ਲੌਜੀਕਲ ਐਂਡ ਉੱਤੇ ਜਾਣ ਵਾਲਾ ਜਵਾਬ ਵੀ ਜ਼ਰੂਰ ਦੇਣਾ ਚਾਹੀਦਾ ਵਾ। ਔਰ ਮੈਂ ਉਸ ਗੱਲ ਨੂੰ ਦੁਹਰਾਉਂਦਾ ਨਹੀਂ ਹੈ ਕਿ ਜਦੋਂ ਤੁਸੀਂ ਜਿੱਤ ਜਾਓ ਤੇ ਉਦੋਂ EVM ਮਸ਼ੀਨਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਜਦੋਂ ਤੁਸੀਂ ਹਾਰਦੇ ਹੋਏ ਨਜ਼ਰ ਆਓ ਉਦੋਂ ਪ੍ਰੋਬਲਮ ਹੋ ਸਕਦੀ ਹੈ। ਪਰ ਜਿਸ ਤਰ੍ਹਾਂ ਦੀਆਂ 2-4 ਘਟਨਾਵਾਂ ਸਾਡੇ ਸਾਹਮਣੇ ਆਈਆਂ ਨੇ, ਉਹਨਾਂ ਤੋਂ ਬਾਅਦ ਇੱਕ ਸਵਾਲ ਜ਼ਰੂਰ ਉੱਠ ਜਾਂਦਾ। ਹਾਲਾਂਕਿ ਜਿਸ ਬੰਦੇ ਨੂੰ ਬਹੁਤ ਘੱਟ VOTING ਹੋਈ ਹੋਵੇ, ਉਹ ਬੰਦਾ ਇਸ ਆਧਾਰ ਦੇ ਉੱਤੇ ਵੀ ਬਹੁਤ ਵੱਡਾ ਦਾਅਵਾ ਨਹੀਂ ਕਰ ਸਕਦਾ ਕਿ ਮੈਨੂੰ ਮੇਰੇ ਪਰਿਵਾਰ ਦੀ ਵੋਟ ਵੀ ਕਿਉਂ ਨਹੀਂ ਪਈ। ਇਹਦੇ ਤੋਂ ਇਹ ਵੀ ਪਤਾ ਲੱਗ ਜਾਂਦਾ ਕਿ ਜਿਸ ਬੰਦੇ ਦੀ ਸਮਾਜ ਦੇ ਵਿੱਚ ਬਹੁਤ ਵੱਡੀ ਪਪੂਲੈਰਿਟੀ ਨਹੀਂ ਹੈ, ਸਮਾਜ ਦੇ ਵਿੱਚ ਘਰ ਪਰਿਵਾਰ ਵੀ ਆਉਂਦਾ ਔਰ ਘਰ 'ਚ ਵੀ ਉਹ ਕਿੰਨੀ ਘਰ ਵਾਲਿਆਂ ਦੀ ਇੱਛਾ ਦੇ ਨਾਲ ਚੋਣ ਲੜਨ ਗਏ ਹੋਣਗੇ, ਉਹ ਉਹਦੇ ਤੇ ਕਿੰਨਾ ਉਹਨਾਂ ਦੇ ਜਿੱਤ ਦਾ ਉਹਨਾਂ ਨੂੰ ਭਰੋਸਾ ਹੋਏਗਾ। ਕਈ ਗੱਲਾਂ ਹੋ ਸਕਦੀਆਂ ਜਿਨ੍ਹਾਂ ਕਰਕੇ ਆਪਣੀ ਘਰ ਪਰਿਵਾਰ ਦੀ ਵੋਟ ਵੀ ਕਿਸੇ ਨੂੰ ਗਿਣਤੀ ਨਾਲੋਂ ਘੱਟ ਪੈ ਗਈ ਹੋਵੇ। ਪਰ ਜੇ ਬਿਲਕੁਲ ਹੀ ਲੋਕਾਂ ਨੇ ਨਹੀਂ ਸਮਰਥਨ ਦਿੱਤਾ ਤਾਂ ਇਸ ਆਧਾਰ ਦੇ ਉੱਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸਿਰਫ ਮੇਰੇ ਵਾਲੀ ਮਸ਼ੀਨ ਦੇ ਨਾਲ ਹੀ ਕੋਈ ਹੇਰਾ ਫੇਰੀ ਹੋਈ ਹੈ। ਥੋੜੀ ਜਿਹੀ ਮੈਂ ਬੀਜੇਪੀ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ। ਕਿਤੇ ਨਾ ਕਿਤੇ ਬੀਜੇਪੀ ਪਾਰਟੀ EVM ਮਸ਼ੀਨਾਂ ਇਸਤੇਮਾਲ ਕਰਨ ਤੇ ਜ਼ੋਰ ਦੇ ਰਹੀ ਆ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਸੱਤਾ 'ਚ ਆ ਤੇ ਬੀਜੇਪੀ ਇਸ ਚੀਜ਼ EVM ਮਸ਼ੀਨਾਂ ਨੂੰ ਡਿਫੈਂਡ ਕਰ ਰਹੀ ਆ। ਪਰ ਥੋੜਾ ਪਿੱਛੇ ਜਾਣਾ ਚਾਹੂੰਗਾ, 2009 ਤੱਕ ਜਾਣਾ ਚਾਹੂੰਗਾ। 2009 'ਚ ਇਹ ਹਾਲਤ ਸੀ ਕਿ ਬੀਜੇਪੀ EVM ਮਸ਼ੀਨਾਂ ਤੇ ਸਵਾਲ ਉਠਾ ਰਹੇ ਸੀ। ਗੱਲ ਇੰਨੀ ਵੱਧ ਗਈ ਕਿ ਬੀਜੇਪੀ ਦੇ GBL ਨਰਸਿਮਹਾ ਰਾਓ ਨੇ ਇੱਕ ਬੁੱਕ ਤੱਕ ਲਿਖੀ ਹੈ, ਡੈਮੋਕ੍ਰੇਸੀ ਐਟ ਰਿਸਕ, ਕੈਨ ਵੀ ਟਰਸਟ ਆਵਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਜਿਹਦੇ ਵਿੱਚ ਕਿ ਮਿਸਟਰ LK ਅਡਵਾਨੀ ਦੇ ਇਨਪੁਟ ਹੈ। LK ਅਡਵਾਨੀ ਦਾ ਕੱਦ ਬੀਜੇਪੀ ਪਾਰਟੀ ਤੁਸੀਂ ਜਾਣਦੇ ਹੀ ਜੋ। ਕਿਤੇ ਨਾ ਕਿਤੇ ਸੱਤਾ ਬਦਲਣ ਤੋਂ ਬਾਅਦ ਅੱਜ ਬੀਜੇਪੀ EVM ਨੂੰ ਡਿਫੈਂਡ ਕਰਨ ਲੱਗ ਗਈ ਆ। ਕਾਂਗਰਸ ਅਤੇ ਦੂਜੀਆਂ ਪਾਰਟੀਆਂ EVM ਤੇ ਸਵਾਲ ਚੁੱਕਣ ਲੱਗ ਗਏ ਨੇ। ਨਾਲ ਹੀ ਇਹਦੇ ਅੱਜ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਬੈਠੇ, ਜਿੱਥੇ ਕਿ ਉਹਨਾਂ ਤੋਂ ਸਵਾਲ ਪੁੱਛੇ ਗਏ ਕਿ EVM ਮਸ਼ੀਨਾਂ ਤੇ ਡਾਊਟ ਕੀਤੇ ਜਾ ਰਹੇ ਨੇ, ਤੇ ਕੈਪਟਨ ਸਾਹਿਬ ਦਾ ਇਹ ਜਵਾਬ ਸੀ ਕਿ ਜਦੋਂ ਹਾਰ ਜਾਂਦੇ ਆ ਉਦੋਂ ਡਾਊਟ ਕਰਦੇ ਆ, ਜਦੋਂ ਜਿੱਤ ਜਾਂਦੇ ਆ ਉਦੋਂ ਡਾਊਟ ਨਹੀਂ ਕਰਦੇ। ਪਰ ਕਾਂਗਰਸ ਪਾਰਟੀ ਦੇ ਹੀ ਦਿੱਲੀ ਦੇ ਅਧਿਕਸ਼ ਅਜੇ ਮਾਕਨ ਸਾਹਿਬ ਕਿਤੇ ਨਾ ਕਿਤੇ ਬੈਲਟ ਪੇਪਰ ਯੂਜ਼ ਕਰਨ ਵੱਲ ਫੋਰਸ ਕਰ ਰਹੇ ਨੇ। ਕੁੱਲ ਮਿਲਾ ਕੇ ਜਿੰਨੇ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੇ, EVM ਮਸ਼ੀਨਾਂ ਨਾਲ
ਛੇੜਛਾੜ ਹੋ ਰਹੀ ਹੈ ਨਹੀਂ ਹੋ ਰਹੀ, ਪਰ ਰਾਜਨੀਤਿਕ ਪਾਰਟੀਆਂ ਇਹਨੂੰ ਰਾਜਨੀਤਿਕ ਮੁੱਦਾ ਬਣਾ ਕੇ ਸ਼ਾਇਦ ਇਸਤੇਮਾਲ ਜ਼ਰੂਰ ਕਰ ਰਹੀਆਂ ਨੇ। ਅਰਪਿਤ ਜੀ ਤਾਂ ਸਪਸ਼ਟ ਹੋ ਗਿਆ ਕਿ ਜੇ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਉਹ ਜਿੱਤ ਚੁੱਕੇ ਨੇ, ਉਹਨਾਂ ਨੂੰ ਇਸ ਚੀਜ਼ ਤੇ ਭਰੋਸਾ ਹੈ ਕਿ ਈਵੀਐਮ ਚ ਕੁਝ ਨਹੀਂ ਹੋਇਆ ਹੈਗਾ। ਅਜੇ ਮਾਕਨ ਸਾਹਿਬ ਨੇ ਹੁਣ ਲੜਾਈ ਲੜਨੀ ਹੈ ਐਮਸੀਟੀ ਦੇ ਵਿੱਚ, ਕਿਉਂਕਿ ਲੋਕਲ ਦਿੱਲੀ ਦੇ ਵਿੱਚ ਉਹ ਇੱਕ ਸਿਰਕੱਢ ਲੀਡਰ ਨੇ ਕਾਂਗਰਸ ਪਾਰਟੀ ਦੇ, ਔਰ ਅੱਗੇ ਵਾਸਤੇ ਉਹ ਚੀਫ ਮਿਨਿਸਟਰ ਦੇ ਦਾਅਵੇਦਾਰ ਵੀ ਹੋ ਸਕਦੇ ਨੇ ਜੇ ਕਦੇ ਕਾਂਗਰਸ ਉਹਦੇ ਉੱਥੇ ਸੱਤਾ ਵਿੱਚ ਆਉਂਦੀ ਹੈ। ਤਾਂ ਉਸ ਹਾਲਤ ਦੇ ਵਿੱਚ ਉਹ ਆਪਣੇ ਜਿਹੜੇ ਸਥਾਨਕ ਜਿਹੜੇ ਜੋ ਟ੍ਰੈਂਡ ਹੈਗਾ, ਜਿਹੋ ਜੀ ਪੋਲਿਟਿਕਸ ਆ, ਉਹਨਾਂ ਨੂੰ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ, ਉਹਦੇ ਵਿੱਚ ਡੈਫੀਨੇਟਲੀ ਉਹ ਸਿਸਟਮ 'ਚ ਨੁਕਸ ਕੱਢਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਸੱਤਾਧਾਰੀ ਪਾਰਟੀ ਉਹਨਾਂ ਦੀ ਹੈ ਨਹੀਂ, ਦੂਜੀ ਪਾਰਟੀ ਦੀ ਹੈ। ਇਹ ਤਾਂ ਬੜਾ ਸਪਸ਼ਟ ਹੈ ਕਿ ਜਿਹੋ ਜਿਹੇ ਪੋਲੀਟੀਕਲ। ਪਰ ਅਜੀਤ ਜੀ, ਜਿਹੜਾ ਮੈਂ ਬੀਜੇਪੀ ਦੇ ਲੀਡਰ ਦਾ ਨਾਮ ਲਿਆ ਸੀ, ਉਹਨਾਂ ਦੀ ਬੁੱਕ ਵੀ ਲਿਖਤੀ ਆ। ਬਿਲਕੁਲ ਉਸ ਵਕਤ ਮੇਰਾ ਖਿਆਲ ਹੈ ਬੀਜੇਪੀ ਦੀ ਇਹ ਹਾਲਤ ਨਹੀਂ ਸੀ ਜਿਹੜੀ ਹੁਣ ਹੈ, ਉਦੋਂ ਸ਼ਾਇਦ ਉਹ ਆਪੋਜੀਸ਼ਨ 'ਚ ਬੈਠੇ ਸੀ। ਇਹ ਸਪਸ਼ਟ ਹੈ, ਗੱਲ ਬੀਜੇਪੀ ਤੇ ਵੀ ਲਾਗੂ ਹੁੰਦੀ ਹੈ। ਮੈਂ ਤਾਂ ਨਹੀਂ ਕਹਿੰਦਾ ਕਿ ਬੀਜੇਪੀ ਕੱਲ ਨੂੰ ਵੀ ਜੇ ਉਹਨਾਂ ਨੂੰ ਕਿਤੇ ਸੱਤਾ ਗੁਆਉਣੀ 'ਚ ਪੈ ਸਕਦੀ ਹੈ, ਆਪਾਂ ਦੇਖਣ 'ਚ ਆ ਸਕਦਾ ਕਿ ਉਹ ਵੀ ਸਿਸਟਮ 'ਚ ਕਿਸੇ, ਜੇ ਈਵੀਐਮ ਦਾ ਨਹੀਂ ਕਹਿਣਗੇ, ਕੋਈ ਹੋਰ ਨੁਕਸ ਸਿਸਟਮ 'ਚ ਕੱਢ ਦੇਣਗੇ, ਪਰ ਸਿਸਟਮ 'ਚ ਨੁਕਸ ਕੱਢ ਸਕਦੀ ਹੈ ਆਰ ਆਰ ਪਾਰਟੀ, ਭਾਵੇਂ ਬੀਜੇਪੀ ਵੀ ਹੋਵੇ। ਜੇ ਕੋਈ ਹੋਰ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ, ਮੈਂ ਕਮੈਂਟ ਕਰਨਾ ਚਾਹਾਂਗਾ ਈਵੀਐਮ ਦੇ ਇਸ਼ੂ ਤੇ। ਹਰਪ੍ਰੀਤ ਜੀ, ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਈਵੀਐਮ ਦੇ ਉੱਪਰ ਬਲੇਮ ਲਗਾਇਆ, ਮੈਨੂੰ ਇਹ ਲੱਗਦਾ ਮੇਰੀ ਆਪਣੀ ਸਮਝ ਦੇ ਹਿਸਾਬ ਨਾਲ ਕਿ ਬਹੁਤ ਬਚਕਾਨਾ ਬਲੇਮ ਨੇ, ਉਹ ਸਿਰਫ ਪੋਲੀਟੀਕਲ ਐਲੀਗੇਸ਼ਨਸ ਨੇ। ਪੋਲੀਟੀਕਲ ਪਾਰਟੀਆਂ ਨੂੰ, ਚਾਹੇ ਕੋਈ ਵੀ ਹਾਰਨ ਵਾਲੀ ਪਾਰਟੀ ਹੈ, ਕੋਈ ਲੀਡਰ ਵੀ ਹਾਰਨ ਵਾਲਾ, ਉਹਨੂੰ ਇਹ ਸਮਝਣਾ ਪਏਗਾ ਕਿ ਉਹਨਾਂ ਨੂੰ ਈਵੀਐਮ ਮਸ਼ੀਨਾਂ ਨੇ ਨਹੀਂ ਹਰਾਇਆ, ਉਹਨਾਂ ਨੂੰ ਲੋਕਾਂ ਨੇ ਹਰਾਇਆ। ਤਾਂ ਕਿਤੇ ਨਾ ਕਿਤੇ ਮਾਇਆਵਤੀ ਨੂੰ ਜਿੱਥੇ ਜਿੱਥੇ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਤੋਂ ਹਾਰ ਮਿਲੀ ਹੈ, ਤਾਂ ਉੱਥੇ ਵੀ ਉਹਨਾਂ ਨੇ ਇਹੀ ਕਹਿਤਾ ਕਿ ਜੀ ਬੀਜੇਪੀ ਨੇ ਸਾਨੂੰ ਹਰਾਇਆ। ਇੱਕ ਚੀਜ਼ ਇਹ ਹੈ। ਦੂਸਰਾ ਪੁਆਇੰਟ ਜਿਹੜਾ ਉਹਦੇ 'ਚ ਇੱਕ ਇਹ ਹੈ ਕਿ ਈਵੀਐਮ ਮਸ਼ੀਨਾਂ ਦੇ ਨਾਲ ਛੇੜਛਾੜ ਕਿਸੇ ਵੀ ਹਾਲ 'ਚ ਪੋਸੀਬਲ ਨਹੀਂ ਹੈਗੀ, ਕਿਉਂਕਿ ਈਵੀਐਮ ਮਸ਼ੀਨ ਨਾ ਤਾਂ ਕਿਸੇ ਇੰਟਰਨੈਟ ਨਾਲ ਕਨੈਕਟਡ ਹੁੰਦੀ ਹੈ, ਨਾ ਕਿਸੇ ਸਰਵਰ ਦੇ ਨਾਲ ਕਨੈਕਟਡ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਮੁੰਬਈ ਦੀ ਜਿਹੜੀ ਘਟਨਾ ਦਾ ਜ਼ਿਕਰ ਕੀਤਾ ਸੀ, ਉਹ ਐਲੀਗੇਸ਼ਨ ਜ਼ਰੂਰ ਲੱਗਿਆ ਸੀ, ਉੱਥੋਂ ਦੇ ਲੋਕਲ ਮੀਡੀਆ ਦੇ ਵਿੱਚ ਆਇਆ ਸੀ, ਪਰ ਉਹਨਾਂ ਇਲਜ਼ਾਮਾਂ ਦੀ ਹਲੇ ਤੱਕ ਪੁਸ਼ਟੀ ਜਿਹੜੀ ਆ ਉਹ ਕਿਸੇ ਵੀ ਗਵਰਨਮੈਂਟ ਦੀ ਕਿਸੇ ਏਜੰਸੀ ਵੱਲੋਂ, ਨਾ ਇਲੈਕਸ਼ਨ ਕਮਿਸ਼ਨ ਵੱਲੋਂ ਨਹੀਂ ਕੀਤੀ ਗਈ ਹੈਗੀ। ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਇਹਨਾਂ ਪਾਰਟੀਆਂ ਨੇ ਕਿਹਾ ਕਿ ਬੈਲਟ ਪੇਪਰ ਵਾਲਾ ਸਿਸਟਮ ਜਿਹੜਾ ਦੁਬਾਰਾ ਸ਼ੁਰੂ ਹੋਣਾ ਚਾਹੀਦਾ। ਬੈਲਟ ਪੇਪਰ ਦੁਬਾਰਾ ਪ੍ਰਿੰਟ ਕਰਨ ਦੀ ਜਿਹੜੀ ਕਾਸਟ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਈਵੀਐਮ ਤੋਂ ਉੱਪਰ। ਤੋਂ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਉਹ ਗਵਰਨਮੈਂਟ ਵੱਲੋਂ ਜਿਹੜੇ ਫੰਡਸ ਮਿਲਦੇ ਆ, ਜਿਹੜੇ ਉਹਨਾਂ ਦੇ ਫਾਈਨੈਂਸ਼ੀਅਲ ਜਿਹੜੀ ਉਹਨਾਂ ਨੂੰ ਸਪੋਰਟ ਮਿਲਦੀ ਹੈ, ਉਹ ਵੀ ਉਹਨਾਂ ਨੇ ਉਸ ਖਰਚੇ ਨੂੰ ਵੀ ਉਹਦੇ ਵਿੱਚ ਰੱਖ ਕੇ ਦੇਖਣਾ ਹੁੰਦਾ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਇਲੈਕਸ਼ਨ ਦਾ ਜਿਹੜਾ ਮਟੀਰੀਅਲ ਹੈਗਾ ਉਹਦੇ ਤੇ ਜ਼ਿਆਦਾ ਖਰਚਾ ਕਰਨ ਦੀ ਬਜਾਏ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਸਿਕਿਉਰਿਟੀ ਨੂੰ ਜਿਹੜਾ ਹੈਗਾ ਉਹਨਾਂ ਨੂੰ ਫੁੱਲ ਪ੍ਰੂਫ ਬਣਾਉਣ ਤੇ ਜਿਹੜਾ ਖਰਚਾ ਜ਼ਿਆਦਾ ਕੀਤਾ ਜਾਂਦਾ। ਤਾਂ ਕਿਤੇ ਨਾ ਕਿਤੇ ਇਹ ਜਿਹੜੀਆਂ ਈਵੀਐਮ ਤੇ ਐਲੀਗੇਸ਼ਨ ਲਾਉਣ ਵਾਲੀਆਂ ਗੱਲਾਂ ਹੈਗੀਆਂ ਨੇ, ਇਹ ਸਾਰੀਆਂ ਬਚਕਾਨੀਆਂ ਗੱਲਾਂ ਨੇ, ਸਿਰਫ ਪੋਲੀਟੀਕਲ ਐਲੀਗੇਸ਼ਨਸ ਹੈਗੇ ਨੇ, ਇਸ ਤੋਂ ਇਲਾਵਾ ਕੁਝ ਨਹੀਂ ਹੈ। ਆਮ ਆਦਮੀ ਪਾਰਟੀ ਔਰ ਕਾਂਗਰਸ ਗਵਰਨਮੈਂਟ ਜਿਹੜੀ ਦਿੱਲੀ ਦੇ ਵਿੱਚ ਹੁਣੇ ਤੋਂ ਕਹਿੰਦੀ ਆ ਰਹੀ ਹੈ ਕਿ ਜੀ ਈਵੀਐਮ ਦੇ ਥਰੂ ਵੋਟਿੰਗ ਨਾ, ਕਿਤੇ ਨਾ ਕਿਤੇ ਮੇਰੀ ਆਪਣੀ ਸਮਝ ਦੇ ਵਿੱਚ ਇਹ ਉਹਨਾਂ ਦੇ ਅੰਦਰ ਸਿਰਫ ਔਰ ਸਿਰਫ ਇੱਕ ਇਨਸਿਕਿਉਰਿਟੀ ਹੈ, ਬਜਾਏ ਇਸ ਗੱਲ ਦੇ ਕਿ ਉਹ ਲੋਕਾਂ ਦੇ ਵਿੱਚ ਜਾਣ ਕੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਵੋਟਾਂ ਪਵਾ ਲਓ, ਜੇ ਸਾਨੂੰ ਮੈਂਡੇਟ ਮਿਲਣਾ ਤਾਂ ਮਿਲ ਹੀ ਜਾਣਾ, ਜੇ ਨਹੀਂ ਮਿਲਣਾ ਤਾਂ ਨਹੀਂ ਮਿਲਣਾ। ਬਟ ਉਹ ਕਿਤੇ ਨਾ ਕਿਤੇ ਈਵੀਐਮ ਨੂੰ ਟਾਰਗੇਟ ਕਰ ਰਹੇ ਨੇ, ਉਹ ਹੋਰ ਚੀਜ਼ਾਂ ਨੂੰ ਟਾਰਗੇਟ ਕਰ ਰਹੇ ਨੇ, ਉਹ ਐਕਸਕਿਊਜ਼ਸ ਲੱਭ ਰਹੇ ਨੇ ਆਪਣੀ ਹਾਰ ਨੂੰ ਜਸਟੀਫਾਈ ਕਰਨ ਦੇ। ਜੀ ਥੋੜੀ ਜਿਹੀ ਮੈਂ ਦਰਸ਼ਕਾਂ ਨੂੰ ਅਖੀਰ ਚੱਕ ਇਨਫੋਰਮੇਸ਼ਨ ਰਿਜ਼ਲਟ ਆ ਜਾਂਦੇ ਨੇ, ਜਾਂ ਜਦੋਂ ਇਲੈਕਸ਼ਨ ਰਿਜ਼ਲਟ ਤੁਹਾਡੇ ਖਿਲਾਫ ਭੁਗਤਣ ਦਾ ਖਦਸ਼ਾ ਹੁੰਦਾ, ਉਦੋਂ ਤੁਹਾਡੇ ਵਿਚਾਰਧਾਰਾ ਬਿਲਕੁਲ ਅਲੱਗ ਤਰੀਕੇ ਦੇ ਨਾਲ ਕੰਮ ਕਰਦੀ ਹੈ, ਉਦੋਂ ਤੁਹਾਡੀ ਬਿਆਨਬਾਜ਼ੀ ਬਿਲਕੁਲ ਅਲੱਗ ਤਰੀਕੇ ਦੇ ਨਾਲ ਕੰਮ ਕਰਦੀ ਹੈ। ਪਰ ਜੇ ਤੁਸੀਂ ਜੇਤੂ ਹੋ ਉਦੋਂ ਥੋੜਾ ਅਲੱਗ ਕਰਦੀ ਹੈ। ਇਹਦੇ 'ਚ ਕੋਈ ਬਹੁਤ ਜ਼ਿਆਦਾ ਹੈਰਾਨੀਜਨਕ ਗੱਲ ਨਹੀਂ ਹੈ। ਜਦੋਂ ਮਾਇਆਵਤੀ ਜੀ ਲਗਾਤਾਰ ਕਹਿਣ ਦਾ ਯਤਨ ਕਰ ਰਹੇ ਨੇ ਕਿ ਸਾਡੇ ਨਾਲ ਹੇਰਾਫੇਰੀ ਹੋ ਗਈ ਆ, ਤਾਂ ਉਹਦੇ ਪਿੱਛੇ ਵੱਡੀ ਵਜ੍ਹਾ ਇਹੀ ਹੈ ਕਿ ਮਾਇਆਵਤੀ ਨੂੰ ਜਿਸ ਕਿਸਮ ਦੀ ਨਮੋਸ਼ੀ ਵਾਲੀ ਹਾਰ ਦਾ ਸਾਹਮਣਾ ਯੂਪੀ ਦੇ ਵਿੱਚ ਕਰਨਾ ਪਿਆ, ਉਸ ਕਿਸਮ ਦੀ ਕਲਪਨਾ ਮਾਇਆਵਤੀ ਤਾਂ ਕੀ ਉਹਦੇ ਤਿੱਖੇ ਤੋਂ ਤਿੱਖੇ ਵਿਰੋਧੀ ਵੀ ਨਹੀਂ ਸੀ ਕਰ ਸਕਦੇ। ਪਰ ਜਿਹੜੀ ਗੱਲ ਬੇਸਿਕਲੀ ਸਮਝੇ ਜਾਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਤੁਸੀਂ ਜਦੋਂ ਚੋਣਾਂ ਦੇ ਰਿਜ਼ਲਟ ਆ ਜਾਂਦੇ ਨੇ, ਉਹਨਾਂ ਰਿਜ਼ਲਟ ਤੋਂ ਬਾਅਦ ਆਪਣੀ ਸਮੀਖਿਆ ਨੂੰ ਕਿਸ ਲਿਹਾਜ਼ ਦੇ ਨਾਲ ਕਰਨਾ। ਬਹੁਤ ਸਾਰੇ ਲੋਕਾਂ ਦੀ ਮਾਨਤਾ ਇਹ ਹੈ ਕਿ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 80% ਹਿੰਦੂ ਲੋਕਾਂ ਨੂੰ ਕੈਰੀ ਕਰਨ ਦੀ ਕੋਸ਼ਿਸ਼ ਕੀਤੀ। ਸਮਾਜਵਾਦੀ ਪਾਰਟੀ, ਭਾਰਤੀ ਬਸਪਾ ਔਰ ਕਾਂਗਰਸ ਤਿੰਨਾਂ ਨੇ 20% ਮੁਸਲਮਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਰਣਨੀਤੀ ਅਪਣਾ ਲਈ, ਔਰ ਇਸੇ ਰਣਨੀਤੀ ਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਹੋਇਆ।
ਕਿਉਂਕਿ ਬਹੁ ਗਿਣਤੀ ਹਿੰਦੂਆਂ ਨੂੰ ਇਹ ਲੱਗਿਆ ਕਿ ਇਸ ਤਿੰਨੋਂ ਪਾਰਟੀਆਂ ਜਿਹੜੀਆਂ ਉਹ ਤਾਂ ਮੁਸਲਮਾਨਵਾਦੀ ਪਾਰਟੀਆਂ ਨੇ ਔਰ ਸਪਾ ਬਾਰੇ ਤਾਂ ਕਾਂਗਰਸ ਬਾਰੇ ਤਾਂ ਬਹੁਤ ਆਸਾਨੀ ਨਾਲ ਇਹ ਗੱਲ ਸਾਬਤ ਵੀ ਕੀਤੀ ਜਾ ਸਕਦੀ ਹੈ ਕਿ ਉਹ ਪ੍ਰੋ ਮੁਸਲਿਮ ਸਟੈਂਡ ਯੂਪੀ ਦੇ ਵਿੱਚ ਖਾਸ ਕਰਕੇ ਲੈਂਦੇ ਰਹੇ ਨੇ ਔਰ ਇਸ ਗੱਲ ਦਾ ਕਿਸੇ ਦੌਰ ਦੇ ਵਿੱਚ ਉਹਨਾਂ ਨੂੰ ਫਾਇਦਾ ਵੀ ਹੁੰਦਾ ਰਿਹਾ। ਪਰ ਜੇ ਇਸੇ ਚੋਣ ਸਮੀਖਿਆ ਦੀ ਭਾਰਤੀ ਜਨਤਾ ਪਾਰਟੀ ਦੇ ਐਂਗਲ ਤੋਂ ਵਿਆਖਿਆ ਕਰਨੀ ਹੋਵੇ, ਜਿਵੇਂ ਕੁਝ ਚੈਨਲਾਂ ਨੇ ਵੀ ਇਸ ਨਜ਼ਰੀਏ ਤੋਂ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਬਿਲਕੁਲ ਮਾਇਆਵਤੀ ਦੇ ਉਸ ਲੌਜਿਕ ਨੂੰ ਇਸ ਤਰੀਕੇ ਦੇ ਨਾਲ ਉਡਾ ਦਿੱਤਾ ਕਿ ਅਸੀਂ ਬੇਸ਼ੱਕ ਕੋਈ ਇੱਕ ਵੀ ਮੁਸਲਮਾਨ ਨੇਤਾ ਖੜਾ ਨਹੀਂ ਸੀ ਕੀਤਾ ਇਲੈਕਸ਼ਨ ਦੇ ਵਿੱਚ, ਪਰ ਕਿਉਂਕਿ ਅਸੀਂ ਮੁਸਲਮਾਨ ਔਰਤ ਨੂੰ ਬੁਰਕੇ ਤੋਂ ਆਜ਼ਾਦ ਕਰਾਉਣ ਦੀ ਮੁਹਿੰਮ ਚਲਾਈ ਸੀ, ਅਸੀਂ ਮੁਸਲਮਾਨ ਔਰਤ ਨੂੰ 3 ਤਲਾਕ ਤੋਂ ਮੁਕਤ ਕਰਾਉਣ ਦੀ ਮੁਹਿੰਮ ਚਲਾਈ ਸੀ, ਇਸ ਕਰਕੇ ਮਰਦਾਂ ਨੇ ਬੇਸ਼ੱਕ ਸਾਡੇ ਖਿਲਾਫ ਵੋਟਿੰਗ ਕਰ ਦਿੱਤੀ ਹੋਵੇ ਪਰ ਮੁਸਲਮਾਨ ਔਰਤਾਂ ਨੇ ਨਰਿੰਦਰ ਮੋਦੀ ਦੇ ਬੁਰਕੇ ਤੇ 3 ਤਲਾਕ ਵਾਲੇ ਏਜੰਡੇ ਦੇ ਵਿੱਚ ਫੁੱਲ ਸਮਰਥਨ ਦੇ ਦਿੱਤਾ ਵਾ। ਇਸ ਕਰਕੇ ਅਸੀਂ ਉਹਨਾਂ ਹਲਕਿਆਂ ਦੇ ਵਿੱਚ 50% ਔਰਤਾਂ ਦੀਆਂ ਵੋਟਾਂ ਕਿਉਂਕਿ ਸਾਨੂੰ ਮਿਲ ਗਈਆਂ, ਬਾਕੀ ਸਾਨੂੰ ਜਿਹੜੀਆਂ ਸਾਡੀਆਂ ਵੋਟਾਂ ਉਹ ਮਿਲ ਗਈਆਂ, ਇਸ ਕਰਕੇ ਅਸੀਂ ਬੜੀ ਆਸਾਨੀ ਦੇ ਨਾਲ ਜਿੱਤ ਗਏ। ਵਿਆਖਿਆ ਕੋਈ ਕਿਵੇਂ ਕਰਦਾ ਇਹਦੇ ਬਾਰੇ ਬੜੇ ਲੌਜਿਕ ਦਿੱਤੇ ਜਾ ਸਕਦੇ ਨੇ, ਪਰ ਅਸਲ ਮੁੱਦਾ ਤਾਂ ਇਹੀ ਹੈ ਕਿ ਤੁਸੀਂ ਜਿਹੜੀ ਵੀ ਸਮੀਖਿਆ ਕਰ ਰਹੇ ਹੋ, ਜਿਹੜੀ ਵੀ ਵਿਆਖਿਆ ਕਰ ਰਹੇ ਹੋ, ਉਹ ਕਿਤੇ ਲੌਜਿਕ ਦੇ ਕੰਢੇ ਦੇ ਉੱਤੇ ਪਹੁੰਚਦੀ ਹੈ ਕਿ ਨਹੀਂ। ਅਦਰਵਾਈਜ਼ ਜੇ ਕਿਸੇ ਦਾ ਜੀ ਕਰੇ ਕਿਸੇ ਵੀ ਪਾਰਟੀ ਦਾ ਸਮਰਥਨ ਕਰਨ ਦਾ, ਜੇ ਕਿਸੇ ਦਾ ਜੀ ਕਰੇ ਕਿਸੇ ਵੀ ਪਾਰਟੀ ਦੀ ਵਿਰੋਧਤਾ ਕਰਨ ਦਾ, ਤਾਂ ਉਹ ਉਹਦੇ ਕਈਆਂ ਹੋਈਆਂ ਗੱਲਾਂ ਨੂੰ ਵੀ ਆਪਣੇ ਤਰੀਕੇ ਦੇ ਨਾਲ ਉਠਾਉਂਦਾ। ਔਰ ਮੈਂ ਤਾਂ ਇੰਨੀ ਗੱਲ ਕਹਾਂਗਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੁਰੀ ਹਾਰ ਹੋਈ ਆ, ਜਿਸ ਤਰੀਕੇ ਦੇ ਨਾਲ ਜਿਹੜੀਆਂ ਜ਼ਿਮਨੀ ਚੋਣਾਂ MCD ਦੀਆਂ ਹੋਈਆਂ ਸੀ ਉਹਨਾਂ ਦੇ ਰਿਜ਼ਲਟ ਆਏ ਸੀ, ਜਿਸ ਤਰੀਕੇ ਦੇ ਨਾਲ ਜਿੱਤੀ ਹੋਈ ਵਿਧਾਨ ਸਭਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਿਹੜੀ ਉਹ 7 ਦੀਆਂ 7 ਸੀਟਾਂ ਲੈ ਕੇ ਚਲੇ ਗਈ ਸੀਗੀ MP ਵਾਲੀਆਂ, ਉਹ ਸਾਰੀਆਂ ਸਿਚੁਏਸ਼ਨਾਂ ਦੀ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਕਿਸੇ ਹੱਦ ਤੱਕ ਇਸ ਗੱਲੋਂ ਦਹਿਸ਼ਤ ਜ਼ਦਾ ਵਾ ਕਿ ਉਹ ਸਰਕਾਰ ਚ ਹੋਣ ਦੇ ਬਾਵਜੂਦ MCD ਦੇ ਉੱਤੇ ਦੁਬਾਰਾ ਭਾਰਤੀ ਜਨਤਾ ਪਾਰਟੀ ਨੂੰ ਕਾਬਜ਼ ਹੁੰਦਾ ਨਾ ਵੇਖ ਲਵੇ। ਇਸ ਕਰਕੇ ਉਹਦੇ ਕੋਲੇ ਇੱਕ ਲੌਜਿਕ ਇਹ ਵੀ ਹੈ ਕਿ ਲੋਕਾਂ ਨੂੰ ਇਮੋਸ਼ਨਲੀ ਆਪਣੇ ਨਾਲ ਜੋੜਨ ਲਈ ਜੇ ਕੋਈ ਹੋਰ ਬਹੁਤ ਵੱਡਾ ਮੁੱਦਾ ਨਹੀਂ ਤੇ ਮਸ਼ੀਨਾਂ ਵਾਲੇ ਮੁੱਦੇ ਨੂੰ ਵੀ ਇਸਤੇਮਾਲ ਕਰ ਲਿਆ ਜਾਵੇ। ਮੈਂ ਇਹ ਸਮਝਦਾ ਜਿਹੜੇ ਕੇਜਰੀਵਾਲ ਇੰਨਾ ਮੀਡੀਆ ਦਾ ਇਸਤੇਮਾਲ ਕਰਦੇ ਨੇ ਉਹ ਐਨੇ ਭੋਲੇ ਤਾਂ ਹੋ ਨਹੀਂ ਸਕਦੇ ਕਿ ਉਹ ਬਿਨਾਂ ਕਿਸੇ ਸੋਚੇ ਸਮਝੇ ਮਸ਼ੀਨਾਂ ਦਾ ਵਿਰੋਧ ਕਰ ਰਹੇ ਹੋਣ। ਉਹਨਾਂ ਪਿੱਛੇ ਵੀ ਉਹਨਾਂ ਦੀ ਇੱਕ ਬਹੁਤ ਸੋਚੀ ਸਮਝੀ ਸੋਚ ਹੋ ਸਕਦੀ ਆ ਔਰ ਕਿਉਂਕਿ ਉਹ ਸਮਝਦੇ ਨੇ ਕਿ ਭਾਰਤ ਦੇ ਆਮ ਲੋਕ ਆਪਣੇ ਜਿਹੜੇ ਟੈਕਨੀਕਲੀ ਜਿੰਨੇ ਕੁ ਮਜ਼ਬੂਤ ਹੈ ਉਹਨਾਂ ਨੂੰ ਇਸ ਗੱਲ ਤੇ ਵੀ ਵਿਗੜਾਇਆ ਜਾ ਸਕਦਾ। ਸ਼ਾਇਦ ਉਹ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਮਸ਼ੀਨਾਂ ਤੇ ਸਵਾਲ ਉਠਾ ਰਹੇ ਹੋਣ। ਅਦਰਵਾਈਜ਼ ਜੇ ਸਿਰਫ ਸਵਾਲ ਹੀ ਉਠਾਉਣ ਦੀ ਗੱਲ ਹੁੰਦੀ ਤਾਂ ਇੱਕ ਗੱਲ ਇਹ ਵੀ ਸਾਡੇ ਸਾਹਮਣੇ ਆ ਕਿ ਜਦੋਂ ਮਸ਼ੀਨਾਂ ਦੀ ਰਾਖੀ ਵੀ ਕੀਤੀ ਜਾ ਰਹੀ ਸੀ ਕੇਜਰੀਵਾਲ ਵੱਲੋਂ, ਰਿਜ਼ਲਟ ਆਉਣ ਵਾਲੇ ਦਿਨ ਜਿੰਨਾ ਉਹਨਾਂ ਨੇ ਵੱਡਾ ਜਸ਼ਨ ਕਰਨ ਦੀ ਤਿਆਰੀ ਕਰ ਲਈ ਸੀ, ਜਿਸ ਤਰ੍ਹਾਂ ਉਹਨਾਂ ਨੇ ਆਪਣੇ ਘਰ ਦੇ ਬਾਹਰ ਸਜਾਵਟ ਕਰ ਲਈ ਸੀ, ਜਿਸ ਤਰ੍ਹਾਂ ਮਤਲਬ TV ਸਕਰੀਨਾਂ ਲਾ ਲਈਆਂ ਸੀ, ਜਿਸ ਤਰੀਕੇ ਦੇ ਨਾਲ ਪੂਰਾ ਸਾਊਂਡ ਸਿਸਟਮ ਲਾ ਲਿਆ ਸੀ, ਕੇਜਰੀਵਾਲ ਨੂੰ ਸ਼ਾਇਦ ਵੋਟਾਂ ਤੋਂ ਬਾਅਦ ਵੀ 100 ਸੀਟ ਦਾ ਬਹੁਤ ਵੱਡਾ ਭਰੋਸਾ ਸੀ। ਇਸ ਕਰਕੇ ਬਾਅਦ ਦੇ ਵਿੱਚ ਆਏ ਰਿਜ਼ਲਟ ਤੋਂ ਬਾਅਦ ਵੀ ਵੈਸੇ ਬਹੁਤ ਚੰਗੀ ਗੱਲ ਕਹਿਣੀ ਚਾਹੀਦੀ ਕਿ ਉਹਨਾਂ ਨੇ ਪੰਜਾਬ 'ਚ ਮਸ਼ੀਨਾਂ ਤੇ ਵੱਡਾ ਸਵਾਲ ਨਹੀਂ ਉਠਾਇਆ। थोड़ी जी दर्शकों को जानकारी मैं जरूर देनी चाहूंगा कि जो EVM मशीना इस्तेमाल करने तो पहला टेस्ट रन जो बूथ ते ਕੀਤੇ ਜਾਂਦੇ ਨੇ ਇਲੈਕਸ਼ਨ ਕਮਿਸ਼ਨ ਦੁਆਰਾ, ਜਿੱਥੇ ਕਿ ਕੈਂਡੀਡੇਟ ਵੀ ਮੌਜੂਦ ਹੁੰਦੇ ਨੇ ਤੇ ਕੈਂਡੀਡੇਟ ਦੇ ਸਾਹਮਣੇ ਟੈਸਟ ਰਨ ਕੀਤੇ ਜਾਂਦੇ ਨੇ। ਤੇ ਸ਼ਾਇਦ ਹੀ ਜਿੱਦਾਂ ਕਿ ਪ੍ਰਭਜੀਤ ਜੀ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ EVM ਮਸ਼ੀਨ ਕਿ ਇੰਟਰਨੈਟ ਜਾਂ ਕਿ ਨੈਟਵਰਕ ਨਾਲ ਵਾਇਰਲੈਸ ਜਾਂ ਵਾਈਫਾਈ ਨਾਲ ਕਨੈਕਟ ਨਹੀਂ ਹੁੰਦੀ, ਇੱਕ ਸਟੈਂਡ ਅਲੋਨ ਸਿਸਟਮ ਆ ਜੋ ਕਿ ਆਪਣੇ ਆਪ 'ਚ ਹੀ ਕੰਮ ਕਰਦਾ ਵਾ। ਸਿਰਫ ਵੋਟਾਂ ਪਾਉਣ ਤੇ ਵੋਟਾਂ ਦੀ ਗਿਣਤੀ ਕੱਢਣ ਵਾਸਤੇ ਉਹ ਜੋ ਵੋਟਾਂ ਪਈਆਂ ਨੇ ਉਹ ਗਿਣਤੀ ਕੱਢਣ ਵਾਸਤੇ ਦਾ ਇਸਤੇਮਾਲ ਕੀਤੇ ਜਾਂਦਾ ਵਾ। ਕਿਤੇ ਨਾ ਕਿਤੇ ਉਹ ਪੋਲੀਟੀਕਲ ਪਾਰਟੀਆਂ ਜੋ EVM ਮਸ਼ੀਨਾਂ ਤੇ ਇਸ਼ਾਰਾ ਕਰ ਰਹੀਆਂ, EVM ਮਸ਼ੀਨਾਂ 'ਚ ਧਾਂਦਲੀ ਹੋ ਸਕਦੀ ਆ, ਇਹਦੇ ਵੱਲ ਇਸ਼ਾਰਾ ਕਰ ਰਹੀਆਂ, ਉਹਨਾਂ ਨੂੰ ਸ਼ਾਇਦ ਆਪਣੀਆਂ ਕੀਤੀਆਂ ਗਈਆਂ ਗਲਤੀ 'ਚ ਵੀ ਜਾਂ ਆਪਣੀ ਪਾਰਟੀ ਪਾਲਿਸੀਜ਼ ਤੇ ਵੀ ਧਿਆਨ ਮਾਰ ਲੈਣਾ ਚਾਹੀਦਾ ਵਾ। ਜੋ ਇੱਕ ਦੋ BMC ਇਲੈਕਸ਼ਨ ਜਾਂ ਹੋਰ ਕੇ ਇਲੈਕਸ਼ਨ ਇੱਕ ਦੋ ਕੰਪਲੇਂਟ ਆਈਆਂ ਨੇ, ਅਜੇ ਤੱਕ ਇਹਨਾਂ ਕੰਪਲੇਂਟ ਦੀ ਕੋਈ ਖਾਸ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਇਹਨਾਂ ਉੱਤੇ ਕੋਈ ਇਨਕੁਆਇਰੀ ਜਾਂ ਕੋਈ ਰਿਪੋਰਟ ਅਜੇ ਤੱਕ ਸਾਹਮਣੇ ਨਹੀਂ ਆਈ ਕਿ ਅਸੀਂ ਉਸ ਨੂੰ ਆਧਾਰ ਬਣਾ ਕੇ EVM ਮਸ਼ੀਨਾਂ ਨੂੰ ਨਾ ਇਸਤੇਮਾਲ ਕਰਨ ਦਾ
ਗੱਲ ਕਰੀਏ। ਪਰ ਹਾਂ, ਪੋਲੀਟੀਕਲ ਪਾਰਟੀਆਂ ਆਪਣੇ ਫਾਇਦੇ ਵਾਸਤੇ ਇਲੈਕਸ਼ਨ ਤੋਂ ਜਾਣ ਤੋਂ ਪਹਿਲਾਂ ਹੀ ਜੇ ਸਵਾਲ ਉਠਾਉਣ ਲੱਗ ਜਾਂਦੀਆਂ ਤੇ ਉਹ ਸਿੱਧਾ ਜਿਹਾ ਇਸ਼ਾਰਾ ਹੈ ਕਿ ਕੱਲ ਜਦੋਂ ਇਲੈਕਸ਼ਨ ਹਾਰ ਜਾਣਗੀਆਂ ਤੇ ਕਿਤੇ ਨਾ ਕਿਤੇ ਈਵੀਐਮ ਮਸ਼ੀਨਾਂ ਵੱਲ ਉਂਗਲੀ ਜ਼ਰੂਰ ਚੱਕਣਗੀਆਂ, ਜੇ ਜਿੱਤ ਜਾਣਗੀਆਂ ਤੇ ਫਿਰ ਅਫਕੋਰਸ ਈਵੀਐਮ ਮਸ਼ੀਨਾਂ ਵੱਲ ਉਂਗਲੀ ਨਹੀਂ ਚੱਕਣਗੀਆਂ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖੀਏ। ਇੱਥੇ ਅਸੀਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।